ਦੇ ਇਸ ਲੈਕਚਰ ਦੇ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਟਕਸਾਲੀ ਵਿਦਵਾਨ ਤੇ ਲੋਕਧਾਰਾ ਸ਼ਾਸਤਰੀ ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਬਾਰੇ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਸਥਾਪਿਤ ਕਰਨ ਦੇ ਵਿੱਚ ਆਪਣਾ ਮੁੱਖ ਯੋਗਦਾਨ ਪਾਇਆ। ਡਾਕਟਰ ਥਿੰਦ ਹੋਰਾਂ ਬਾਰੇ ਗੱਲਬਾਤ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਲੈਕਚਰ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ, ਸਿੱਖਿਆ, ਵੱਖ-ਵੱਖ ਅਹੁਦਿਆਂ ਤੇ ਉਹਨਾਂ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ, ਪੰਜਾਬੀ ਸਾਹਿਤ ਖਾਸ ਕਰਕੇ ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਪਾਏ ਉਹਨਾਂ ਦੇ ਯੋਗਦਾਨ ਬਾਰੇ ਗੱਲਬਾਤ ਕਰਾਂਗੇ। ਡਾਕਟਰ ਥਿੰਦ ਹੋਰਾਂ ਦਾ ਜਨਮ 12 ਅਪ੍ਰੈਲ 1929 ਨੂੰ ਪਾਕਿਸਤਾਨ ਦੇ ਲਾਇਲਪੁਰ ਵਿਖੇ ਮਾਤਾ ਆਨੰਦ ਕੌਰ ਤੇ ਪਿਤਾ ਭਾਨ ਸਿੰਘ ਦੇ ਘਰ ਹੁੰਦਾ ਹੈ। 1947 ਦੀ ਦੇਸ਼ ਵੰਡ ਪਿੱਛੋਂ ਉਹ ਭਾਰਤੀ ਪੰਜਾਬ ਵਿੱਚ ਆ ਕੇ ਵਸ ਜਾਂਦੇ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਥਿੰਦ ਹੋਰਾਂ ਦੀ ਜਿਹੜੀ ਸਾਂਝ ਹੈ ਉਹ ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ ਦੋਹਾਂ ਨਾਲ ਬਣਦੀ ਹੈ। ਇਸ ਗੱਲ ਦਾ ਹਵਾਲਾ ਸਾਨੂੰ ਉਹਨਾਂ ਦੁਆਰਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਕਿਸਤਾਨੀ ਪੰਜਾਬੀ ਸਾਹਿਤ ਤੇ ਭਾਰਤੀ ਪੰਜਾਬੀ ਸਾਹਿਤ ਦੋਹਾਂ ਨੂੰ ਅਧਿਐਨ ਦੀ ਵਸਤੂ ਬਣਾਉਣ ਵਜੋਂ ਵੀ ਮਿਲ ਜਾਂਦਾ। ਡਾਕਟਰ ਥਿੰਦ ਹੋਰਾਂ ਦੀ ਸਿੱਖਿਆ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ PhD ਤੱਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ। 1953 ਦੇ ਵਿੱਚ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੰਜਾਬੀ ਦੀ MA ਮੁਕੰਮਲ ਕੀਤੀ। ਆਪਣੀ MA ਮੁਕੰਮਲ ਕਰਨ ਦੇ 2 ਸਾਲ ਬਾਅਦ ਯਾਨੀ ਕਿ 1955 ਦੇ ਵਿੱਚ ਉਹ ਇਸੇ ਕਾਲਜ ਦੇ ਵਿੱਚ ਪੰਜਾਬੀ ਦੇ ਲੈਕਚਰਰ ਨਿਯੁਕਤ ਹੁੰਦੇ ਨੇ। ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਹੀ ਉਹਨਾਂ ਨੇ 1971 ਦੇ ਵਿੱਚ ਡਾਕਟਰ ਤਾਰਨ ਸਿੰਘ ਦੀ ਅਗਵਾਈ ਅਧੀਨ ਲੋਕ ਜਾਨ ਦਾ ਮੱਧਕਾਲੀ ਸਾਹਿਤ ਤੇ ਪ੍ਰਭਾਵ ਵਿਸ਼ੇ ਉੱਪਰ PhD ਦਾ ਖੋਜ ਕਾਰਜ ਮੁਕੰਮਲ ਕੀਤਾ। ਇਸ ਤਰ੍ਹਾਂ ਡਾਕਟਰ ਥਿੰਦ ਹੋਰਾਂ ਦੇ ਅਧਿਐਨ ਦਾ ਜਿਹੜਾ ਖੇਤਰ ਹੈ ਉਹ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਧਾਰਾ ਬਣਦੇ ਨੇ। ਉਹ ਆਪਣੀ ਪੂਰੀ ਜ਼ਿੰਦਗੀ ਇਸ ਖੇਤਰ ਦੇ ਨਾਲ ਜੁੜੇ ਰਹੇ ਨੇ ਤੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬਹੁਤ ਸਾਰੇ MPhil ਤੇ PhD ਪੱਧਰ ਦੇ ਖੋਜ ਕਾਰਜ ਵੀ ਕਰਵਾਏ। ਡਾਕਟਰ ਥਿੰਦ ਹੋਰਾਂ ਦੁਆਰਾ ਵੱਖ-ਵੱਖ ਅਹੁਦਿਆਂ ਤੇ ਪ੍ਰਦਾਨ ਕੀਤੀਆਂ ਸੇਵਾਵਾਂ ਦੀ ਜੇ ਗੱਲ ਕਰੀਏ ਤਾਂ ਡਾਕਟਰ ਥਿੰਦ 1972 ਤੋਂ 1976 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਸਟੱਡੀਜ਼ ਬੋਰਡ ਦੇ ਕਨਵੀਨਰ ਰਹੇ। 1977 ਤੋਂ 1978 ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੰਡੀਕੇਟ ਮੈਂਬਰ ਰਹੇ। ਇਸੇ ਯੂਨੀਵਰਸਿਟੀ ਦੇ ਵਿੱਚ ਉਹ ਰਜਿਸਟਰਾਰ ਵਜੋਂ ਵੀ ਆਪਣੀਆਂ ਸੇਵਾਵਾਂ ਦਿੰਦੇ ਰਹੇ। ਡਾਕਟਰ ਥਿੰਦ ਇਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਪੰਜਾਬੀ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਰਹੇ। 1990 ਦੇ ਵਿੱਚ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਚੰਡੀਗੜ੍ਹ ਦੇ ਉਹ ਡਾਇਰੈਕਟਰ ਰਹੇ। 2000 ਤੋਂ 2003 ਤੱਕ ਅਦਾਰਾ ਸਾਊਥ ਏਸ਼ੀਆ ਰਿਵਿਊ ਵੱਲੋਂ ਪ੍ਰਿੰਸ ਜਾਰਜ ਵਿਖੇ ਕਰਵਾਈਆਂ ਗਈਆਂ ਵਿਸ਼ਵ ਦੀਆਂ ਕਾਨਫਰੰਸਾਂ ਦੇ ਉਹ ਪ੍ਰਧਾਨ ਰਹੇ। ਇਸ ਤੋਂ ਇਲਾਵਾ 1 ਸਾਲ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਤਾਬਦੀ ਸਮਾਰੋਹਾਂ ਦੇ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਡਾਕਟਰ ਥਿੰਦ ਹੋਰਾਂ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਬਦਲੇ ਕੁਝ ਸਨਮਾਨ ਵੀ ਮਿਲੇ। 1993 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਉਹਨਾਂ ਨੂੰ ਸੀਨੀਅਰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। 1993 ਤੋਂ 1995 ਦੇ ਵਿੱਚ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵੱਲੋਂ ਉਹਨਾਂ ਨੂੰ ਫੈਲੋਸ਼ਿਪ ਦਿੱਤੀ ਗਈ। ਇਸ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ ਉੱਪਰ ਕੰਮ ਕਰਨ ਦੇ ਬਦਲੇ ਉਹਨਾਂ ਨੂੰ ਬਾਬਾ ਫਰੀਦ ਸਾਹਿਤ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਥਿੰਦ ਨੇ ਅਧਿਆਪਨ ਦੇ ਨਾਲ ਵੱਖ-ਵੱਖ ਅਹੁਦਿਆਂ ਤੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਬਦਲੇ ਉਹਨਾਂ ਨੂੰ ਕਈ ਮਾਨ ਸਨਮਾਨ ਵੀ ਪ੍ਰਾਪਤ ਹੋਏ। ਡਾਕਟਰ ਥਿੰਦ ਹੋਰਾਂ ਦੀ ਵਿਸ਼ੇਸ਼ਤਾ ਦਾ ਜਿਹੜਾ ਮੁੱਖ ਖੇਤਰ ਹੈ ਉਹ ਪੰਜਾਬੀ ਭਾਸ਼ਾ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ ਹੈ। ਪੰਜਾਬੀ ਭਾਸ਼ਾ, ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਨਾਲ ਸੰਬੰਧਿਤ ਜਿੱਥੇ ਉਹ 1.5 ਦਰਜਨ ਦੇ ਕਰੀਬ ਪੁਸਤਕਾਂ ਦੇ ਲੇਖਕ ਤੇ ਸੰਪਾਦਕ ਨੇ, ਉੱਥੇ ਉਹਨਾਂ ਦੇ 75 ਦੇ ਕਰੀਬ ਖੋਜ ਪੱਤਰ ਵੀ ਪ੍ਰਕਾਸ਼ਿਤ ਹੋ ਚੁੱਕੇ ਨੇ। ਇਸ ਤੋਂ ਇਲਾਵਾ ਡਾਕਟਰ ਥਿੰਦ 70 ਦੇ ਕਰੀਬ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਤੇ ਸੈਮੀਨਾਰਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਚੁੱਕੇ ਨੇ। ਸਾਹਿਤ ਦੇ ਆਦਾਨ ਪ੍ਰਦਾਨ ਦੇ ਰਾਹੀਂ ਹਿੰਦ ਪਾਕ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਦੇ ਲਈ ਉਹਨਾਂ ਨੇ ਬਹੁਤ ਸਾਰਾ ਪਾਕਿਸਤਾਨੀ ਪੰਜਾਬੀ ਸਾਹਿਤ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਦੇ ਵਿੱਚ ਅਨੁਵਾਦ ਕਰਕੇ ਭਾਰਤੀ ਪਾਠਕਾਂ ਤੱਕ ਪਹੁੰਚਾਇਆ।
ਇਸ ਲੈਕਚਰ ਦੇ ਵਿੱਚ ਅਸੀਂ ਸਿਰਫ ਉਹਨਾਂ ਦੀਆਂ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਪੁਸਤਕਾਂ ਦੇ ਹਵਾਲੇ ਨਾਲ ਗੱਲ ਕਰਾਂਗੇ। ਡਾਕਟਰ ਥਿੰਦ ਹੋਰਾਂ ਦੀਆਂ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਕੁੱਲ 5 ਪੁਸਤਕਾਂ ਮਿਲਦੀਆਂ ਨੇ, ਜਿਸ ਦੇ ਵਿੱਚੋਂ 3 ਉਹਨਾਂ ਦੀਆਂ ਮੌਲਿਕ ਪੁਸਤਕਾਂ ਤੇ 2 ਉਹਨਾਂ ਦੀਆਂ ਸੰਪਾਦਿਤ ਪੁਸਤਕਾਂ ਨੇ। ਮੌਲਿਕ ਪੁਸਤਕਾਂ ਦੇ ਵਿੱਚ ਜੇ ਦੇਖੀਏ ਤਾਂ ਉਹਨਾਂ ਦੀ ਪਹਿਲੀ ਪੁਸਤਕ 1973 ਦੇ ਵਿੱਚ ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ ਪ੍ਰਕਾਸ਼ਿਤ ਹੁੰਦੀ ਹੈ, ਜਿਹੜਾ ਕਿ ਉਹਨਾਂ ਦੇ PhD ਖੋਜ ਕਾਰਜ ਦਾ ਹੀ ਕਿਤਾਬੀ ਰੂਪ ਹੈ। ਉਹਨਾਂ ਦੀ ਦੂਜੀ ਪੁਸਤਕ ਪੰਜਾਬ ਦਾ ਲੋਕ ਵਿਰਸਾ ਹੈ, ਜਿਸ ਦੇ ਕਿ 2 ਭਾਗ ਮਿਲਦੇ ਨੇ ਸਾਨੂੰ। ਉਹ ਇਸ ਪੁਸਤਕ ਦੀ ਭੂਮਿਕਾ ਦੇ ਵਿੱਚ ਦੱਸਦੇ ਨੇ ਕਿ ਇਹ ਪੁਸਤਕ ਹੈ ਜਿਹੜੀ ਇਹਦੇ 3 ਭਾਗ ਨੇ, ਪਰ ਹੁਣ ਤੱਕ ਇਸ ਪੁਸਤਕ ਦੇ ਸਿਰਫ 2 ਭਾਗ ਹੀ ਸਾਨੂੰ ਪ੍ਰਕਾਸ਼ਿਤ ਰੂਪ ਦੇ ਵਿੱਚ ਮਿਲਦੇ ਨੇ। ਪੰਜਾਬ ਦਾ ਲੋਕ ਵਿਰਸਾ ਪੁਸਤਕ ਦਾ ਪਹਿਲਾ ਭਾਗ 1996 ਦੇ ਵਿੱਚ ਅਤੇ ਦੂਜਾ ਭਾਗ 2004 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਜਾਂਦਾ। ਇਹ ਉਹਨਾਂ ਦੀਆਂ 3 ਮੌਲਿਕ ਪੁਸਤਕਾਂ ਨੇ ਤੇ ਉਹਨਾਂ ਦੀਆਂ 2 ਸੰਪਾਦਿਤ ਪੁਸਤਕਾਂ, ਜਿਹਦੇ ਵਿੱਚ ਲੋਕਯਾਨ ਅਧਿਐਨ 1978 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤੇ ਉਹਨਾਂ ਦੀ ਦੂਜੀ ਪੁਸਤਕ ਸੱਭਿਆਚਾਰ ਦਰਪਣ ਮਿਲਦੀ ਹੈ। ਡਾਕਟਰ ਥਿੰਦ ਹੋਰਾਂ ਨੂੰ ਅਸੀਂ ਪੰਜਾਬੀ ਲੋਕਧਾਰਾ ਸ਼ਾਸਤਰੀਆਂ ਦੀ ਤੀਜੀ ਪੀੜ੍ਹੀ ਦੇ ਵਿੱਚ ਸ਼ੁਮਾਰ ਕਰ ਸਕਦੇ ਹਾਂ। ਉਹਨਾਂ ਤੋਂ ਪਹਿਲਾਂ ਜਿਹੜਾ ਲੋਕਧਾਰਾ ਦਾ ਕੰਮ ਹੈ ਉਹ ਸਿਰਫ ਸਮੱਗਰੀ ਦੇ ਇਕੱਤਰੀਕਰਨ ਤੱਕ ਸੀਮਤ ਹੈ। ਪਹਿਲੀ ਪੀੜ੍ਹੀ ਦੇ ਵਿੱਚ ਬਸਤੀਵਾਦੀ ਦ੍ਰਿਸ਼ਟੀ ਤੋਂ ਅੰਗਰੇਜ਼ਾਂ ਦੁਆਰਾ ਕੀਤਾ ਗਿਆ ਖੋਜ ਕਾਰਜ ਸ਼ਾਮਿਲ ਹੈ ਤੇ ਦੂਜੀ ਪੀੜ੍ਹੀ ਦੇ ਵਿੱਚ ਅਸੀਂ ਪੰਜਾਬੀ ਲੋਕਧਾਰਾ ਸ਼ਾਸਤਰੀਆਂ ਦੁਆਰਾ ਉਪਭਾਵਿਕਤਾ ਵਸ ਸਮੱਗਰੀ ਦਾ ਇਕੱਤਰੀਕਰਨ ਕੀਤਾ ਗਿਆ ਜਿਹੜਾ ਉਹਨੂੰ ਰੱਖਦੇ ਹਾਂ ਤੇ ਤੀਜੀ ਪੀੜ੍ਹੀ ਦੇ ਵਿੱਚ ਸੁਚੇਤ ਪੱਧਰ ਤੇ ਸਮੱਗਰੀ ਦਾ ਇਕੱਤਰੀਕਰਨ ਕੀਤਾ ਜਾਣਾ ਸ਼ੁਰੂ ਹੁੰਦਾ ਤੇ ਉਸ ਨੂੰ ਸਿਧਾਂਤਬੱਧ ਕਰਨ ਦੀ ਜਿਹੜੀ ਰੁਚੀ ਪ੍ਰਧਾਨ ਹੁੰਦੀ ਹੈ। ਤਾਂ ਡਾਕਟਰ ਥਿੰਦ ਇਸ ਤੀਜੀ ਪੀੜ੍ਹੀ ਦੇ ਨਾਲ ਸੰਬੰਧਿਤ ਨੇਗੇ। ਡਾਕਟਰ ਥਿੰਦ ਜਦੋਂ ਪੰਜਾਬੀ ਲੋਕਧਾਰਾ ਦੇ ਅਧਿਐਨ ਵੱਲ ਮੁੜਦੇ ਨੇ ਤਾਂ ਉਸ ਸਮੇਂ ਤੱਕ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਪੰਜਾਬੀ ਲੋਕਧਾਰਾ ਦਾ ਜਿਹੜਾ ਅਧਿਐਨ ਆ ਉਹ ਸਮੱਗਰੀ ਦੇ ਇਕੱਤਰੀਕਰਨ ਤੱਕ ਜਾਂ ਲੋਕਧਾਰਾ ਦੀ ਮੁੱਢਲੀ ਜਾਣ ਪਛਾਣ ਤੱਕ ਹੀ ਸੀਮਤ ਹੈ। ਤਾਂ ਡਾਕਟਰ ਥਿੰਦ ਆਪਣੇ ਤੋਂ ਪਹਿਲਾਂ ਹੋਏ ਜਦੋਂ ਖੋਜ ਕਾਰਜਾਂ ਦਾ ਅਧਿਐਨ ਕਰਦੇ ਨੇ ਤਾਂ ਉਹ ਦੇਖਦੇ ਨੇ ਕਿ ਉਸ ਤੋਂ ਪਹਿਲਾਂ ਜਿਹੜਾ ਲੋਕਧਾਰਾ ਦਾ ਅਧਿਐਨ ਮਿਲਦਾ ਉਹਦੇ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਨਾਲ ਖੋਜ ਵਿਧੀ ਦੀ ਜਿਹੜੀ ਕਮੀ ਨੂੰ ਉਹ ਮਹਿਸੂਸ ਕਰਦੇ ਨੇ, ਪਰ ਉਹ ਡਾਕਟਰ ਵਣਜਾਰਾ ਬੇਦੀ ਦੁਆਰਾ ਕੀਤੇ ਗਏ ਖੋਜ ਕਾਰਜ ਨੂੰ ਇਸ ਦ੍ਰਿਸ਼ਟੀ ਤੋਂ ਹੋਇਆ ਖੋਜ ਕਾਰਜ ਮੰਨਦੇ ਨੇ ਤੇ ਉਹ ਉਸੇ ਕੰਮ ਦੀ ਨਿਰੰਤਰਤਾ ਦੇ ਵਿੱਚ ਇਜ਼ਾਫਾ ਕਰਦੇ ਹੋਏ ਪੰਜਾਬੀ ਲੋਕਧਾਰਾ ਨੂੰ ਦੇ ਖੇਤਰ ਤੇ ਸਰੂਪ ਨੂੰ ਨਿਰਧਾਰਿਤ ਕਰਦੇ ਨੇ। ਉਹ ਲੋਕਧਾਰਾ ਦਾ ਨਾਮਕਰਨ, ਪਰਿਭਾਸ਼ੀਕਰਨ, ਲੋਕਧਾਰਾਈ ਸਮੱਗਰੀ ਨੂੰ ਵਰਗੀਕ੍ਰਿਤ ਕਰਦੇ ਨੇ ਤੇ ਨਾਲ ਹੀ ਉਹ ਸਾਹਿਤ ਤੇ ਲੋਕਧਾਰਾ ਦੇ ਜਿਹੜੇ ਆਪਸੀ ਸੰਬੰਧ ਨੇ ਉਹਨਾਂ ਨੂੰ ਪਛਾਣਨ ਦਾ ਯਤਨ ਵੀ ਕਰਦੇ ਨੇ। ਡਾਕਟਰ ਥਿੰਦ ਆਪਣੇ ਤੋਂ ਪਹਿਲਾਂ ਹੋਏ ਖੋਜ ਕਾਰਜਾਂ ਨੂੰ ਉਪਭਾਵਿਕਤਾ ਵਸ ਰਾਸ਼ਟਰਵਾਦੀ ਦ੍ਰਿਸ਼ਟੀ ਤੋਂ ਹੋਇਆ ਖੋਜ ਕਾਰਜ ਮੰਨਦੇ ਨੇ, ਜਿਹਦੇ ਵਿੱਚ ਖੋਜ ਵਿਧੀ ਦੇ ਨਾਲ ਵਿਗਿਆਨਕ ਦ੍ਰਿਸ਼ਟੀਕੋਣ ਦੀ ਕਮੀ ਹੈ ਤੇ ਉਹ ਲੋਕਧਾਰਾ ਦੇ ਅਧਿਐਨ ਨਾਲ ਜਿਹੜੇ ਇਹ ਨਾਲ ਸੰਬੰਧਿਤ ਜਿਹੜੇ ਮਸਲੇ ਨੇਗੇ ਉਹਨਾਂ ਬਾਰੇ ਸੁਚੇਤ ਨੇ ਤੇ ਉਸ ਤੋਂ ਅੱਗੇ ਆਪਣਾ ਖੋਜ ਕਾਰਜ ਆਰੰਭ ਕਰਦੇ ਨੇਗੇ। ਡਾਕਟਰ ਥਿੰਦ ਇਹ ਵੀ ਮੰਨਦੇ ਨੇ ਕਿ ਜਿਹੜੀ ਲੋਕਧਾਰਾ ਦੇ ਉੱਪਰ ਕਿਸੇ ਇੱਕ ਖੋਜ ਵਿਧੀ ਨੂੰ ਲਾਗੂ ਕਰਕੇ ਕੋਈ ਬਹੁਤੇ ਸਾਰਥਕ ਸਿੱਟੇ ਨਹੀਂ ਕੱਢੇ ਜਾ ਸਕਦੇ, ਤਾਂ ਉਹ ਵੀ ਲੋਕਧਾਰਾ ਦੇ ਅਧਿਐਨ ਲਈ ਇੱਕ ਤੋਂ ਵਧੇਰੇ ਜਿਹੜੀਆਂ ਵਿਧੀਆਂ ਨੇ ਜਾਂ ਕਹਿ ਲਈਏ ਵੀ ਅੰਤਰ ਅਨੁਸ਼ਾਸਨੀ ਪਹੁੰਚ ਵਿਧੀ ਨੂੰ ਅਪਣਾਉਣ ਦੀ ਗੱਲ ਕਰਦੇ ਨੇ। ਤਾਂ ਉਹ ਲੋਕਧਾਰਾ ਖੋਜੀਆਂ ਨੂੰ ਸਲਾਹ ਦਿੰਦੇ ਨੇ ਕਿ ਵੀ ਲੋਕਧਾਰਾ ਦੇ ਅਧਿਐਨ ਲਈ ਅੰਤਰ ਅਨੁਸ਼ਾਸਨੀ ਜਿਹੜੀ ਪਹੁੰਚ ਵਿਧੀ ਆ ਉਹਦੀ ਸਮਝ ਹੋਣੀ ਬਹੁਤ ਜ਼ਰੂਰੀ ਆ, ਤਾਂ ਹੀ ਕੋਈ ਲੋਕਧਾਰਾ ਦੇ ਨਾਲ ਸੰਬੰਧਿਤ ਕੋਈ ਸਾਰਥਕ ਸਿੱਟੇ ਜਾਂ ਕਹਿ ਲਈਏ ਵੀ ਨਤੀਜੇ ਕੱਢੇ ਜਾ ਸਕਦੇ ਨੇ ਤੇ ਲੋਕਧਾਰਾ ਨੂੰ ਵਧੇਰੇ ਸਾਰਥਕ ਢੰਗ ਨਾਲ ਸਮਝਿਆ ਤੇ ਸਮਝਾਇਆ ਜਾ ਸਕਦਾ। ਇਸ ਤਰ੍ਹਾਂ ਡਾਕਟਰ ਥਿੰਦ ਲੋਕਧਾਰਾ ਨੂੰ ਇੱਕ ਸੀਮਤ ਦਾਇਰੇ ਤੋਂ ਵਿਸ਼ਾਲਤਾ ਦੇ ਦਾਇਰੇ ਵਿੱਚ ਲੈ ਕੇ ਜਾਂਦੇ ਨੇਗੇ ਤੇ ਉਹਨਾਂ ਦੀ ਜਿਹੜੀ ਪਹੁੰਚ ਵਿਧੀ ਆ ਜਾਂ ਕਹਿ ਲਈ ਵੀ ਖੋਜ ਵਿਧੀ ਆ ਉਹ ਆਮ ਤੋਂ ਵਿਸ਼ੇਸ਼ ਵੱਲ ਜਾਂਦੀ ਆ। ਡਾਕਟਰ ਥਿੰਦ ਹੋਰਾਂ ਨੇ ਨਾ ਸਿਰਫ ਲੋਕਧਾਰਾ ਨੂੰ ਸਿਧਾਂਤਬੱਧ ਕਰਨ ਦਾ ਯਤਨ ਕੀਤਾ, ਬਲਕਿ ਉਹਨਾਂ ਨੇ ਪੰਜਾਬੀ ਅਕਾਦਮਿਕ ਜਗਤ ਦੇ ਵਿੱਚ ਲੋਕਧਾਰਾ ਨੂੰ ਸੁਤੰਤਰ ਅਨੁਸ਼ਾਸਨ ਦੇ ਤੌਰ ਤੇ ਸਥਾਪਿਤ ਕਰਨ ਦੇ ਵਿੱਚ ਵੀ ਆਪਣਾ ਮੁੱਖ ਯੋਗਦਾਨ ਪਾਇਆ।
ਡਾਕਟਰ ਥਿੰਦ ਹੋਰਾਂ ਦੇ ਖੋਜ ਕਾਰਜ ਨੂੰ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਉਹਨਾਂ ਦੀਆਂ ਪੁਸਤਕਾਂ ਦੇ ਆਧਾਰ ਤੇ 2 ਪੜਾਵਾਂ ਦੇ ਵਿੱਚ ਵੰਡ ਕੇ ਸਮਝਿਆ ਜਾ ਸਕਦਾ। ਪਹਿਲੇ ਪੜਾਅ ਦੇ ਵਿੱਚ ਲੋਕਧਾਰਾ ਦਾ ਨਾਮਕਰਨ, ਪਰਿਭਾਸ਼ੀਕਰਨ, ਵਰਗੀਕਰਨ ਆਦਿ ਨਾਲ ਜਿਹੜੇ ਸੰਬੰਧਿਤ ਸਥਾਨਕ ਮਸਲੇ ਨੇ ਉਹਨਾਂ ਨੂੰ ਨਜਿੱਠਿਆ ਗਿਆ ਤੇ ਦੂਜੇ ਪੜਾਅ ਦੇ ਵਿੱਚ ਸਾਹਿਤ ਤੇ ਲੋਕਧਾਰਾ ਦੇ ਜਿਹੜੇ ਆਪਸੀ ਅੰਤਰ ਸੰਬੰਧ ਨੇ ਉਹਨਾਂ ਦੀ ਤਲਾਸ਼ ਕਰਕੇ ਸਾਹਿਤ ਨੂੰ ਲੋਕ ਜਾਣ ਦੀ ਦ੍ਰਿਸ਼ਟੀ ਤੋਂ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਗਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਥਿੰਦ ਨੇ ਆਪਣੀ ਪਹਿਲੀ ਪੁਸਤਕ ਲੋਕ ਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ ਦੇ ਵਿੱਚ ਜਿੱਥੇ ਸਾਡੀ ਸਾਂਝ ਮੱਧਕਾਲ ਦੇ ਪੰਜਾਬੀ ਸਾਹਿਤ ਨਾਲ ਪਵਾਈ, ਜਿਸ ਦਾ ਸਮਾਂ 1500 ਈਸਵੀ ਤੋਂ ਲੈ ਕੇ 1800 ਈਸਵੀ ਤੱਕ 3 ਸਦੀਆਂ ਦਾ ਬਣਦਾ, ਉੱਥੇ ਨਾਲ ਹੀ ਉਹਨਾਂ ਨੇ ਸਾਹਿਤ ਨੂੰ ਲੋਕ ਯਾਨ ਦੀ ਦ੍ਰਿਸ਼ਟੀ ਤੋਂ ਸਮਝਣ ਤੇ ਸਮਝਾਉਣ ਦਾ ਜਿਹੜਾ ਯਤਨ ਵੀ ਕੀਤਾ। ਇਸ ਦੇ ਨਾਲ ਹੀ ਡਾਕਟਰ ਥਿੰਦ ਨੇ ਲੋਕ ਜਾਣ ਦੇ ਜਿਹੜੇ ਸਥਾਨਕ ਮਸਲੇ ਨੇਗੇ ਉਹਨਾਂ ਨਾਲ ਨਜਿੱਠਣ ਦਾ ਯਤਨ ਵੀ ਕੀਤਾ। ਡਾਕਟਰ ਥਿੰਦ ਜਦੋਂ ਲੋਕ ਜਾਣ ਬਾਰੇ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਜਿਹੜਾ ਲੋਕ ਜਾਣ ਸ਼ਬਦ ਆ ਉਹ ਅੰਗਰੇਜ਼ੀ ਸ਼ਬਦ ਫੋਕਲੋਰ ਦਾ ਪਰਿਵਾਚੀ ਸ਼ਬਦ ਹੈ। ਡਾਕਟਰ ਥਿੰਦ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਲੋਕ ਜਾਣ ਦੇ ਲਈ ਲੋਕਧਾਰਾ, ਲੋਕ ਪਰੰਪਰਾ, ਲੋਕ ਰੀਤੀ, ਲੋਕਾਇਨ, ਲੋਕ ਪਰਪਾਟੀ ਆਦਿ ਸ਼ਬਦ ਪ੍ਰਚਲਿਤ ਨੇ। ਤਾਂ ਡਾਕਟਰ ਥਿੰਦ ਇਹਨਾਂ ਸ਼ਬਦਾਂ ਨੂੰ ਫੋਕਲੋਰ ਦੀ ਭਾਵਨਾ ਨੂੰ ਪ੍ਰਗਟਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਸਮਝਦੇ ਨੇ। ਤਾਂ ਇਸ ਦੇ ਲਈ ਉਹ ਪੰਜਾਬੀ ਦੇ ਵਿੱਚ ਨਵਾਂ ਸ਼ਬਦ ਆ ਜਿਹੜਾ ਉਹ ਘੜਦੇ ਨੇ ਲੋਕ ਜਾਣ, ਤੇ ਲੋਕ ਜਾਣ ਸ਼ਬਦ ਨੂੰ ਫੋਕਲੋਰ ਦੇ ਪ੍ਰਸੰਗ ਦੇ ਵਿੱਚ ਵਧੇਰੇ ਸਾਰਥਕ ਸਿੱਧ ਕਰਨ ਦੇ ਲਈ ਉਹ ਲੋਕ ਅਤੇ ਜਾਣ ਨੂੰ ਵੱਖਰੇ ਵੱਖਰੇ ਤੌਰ ਤੇ ਪਰਿਭਾਸ਼ਿਤ ਵੀ ਕਰਦੇ ਨੇ। ਫੋਕਲੋਰ ਦੇ ਪ੍ਰਸੰਗ ਦੇ ਵਿੱਚ ਫੋਕ ਬਾਰੇ ਜਿਵੇਂ ਪਹਿਲਾਂ ਗੱਲ ਕੀਤੀ ਗਈ ਹੈ ਕਿ ਫੋਕ ਕਿਸੇ ਅਸੱਭਿਅਕ ਜਾਤੀ ਜਾਂ ਜਨ ਸਮੂਹ ਦਾ ਜਾਂ ਸਮਾਜ ਦੇ ਕਿਸੇ ਨੀਵੇਂ ਵਰਗ ਨੂੰ ਜਿਹੜਾ ਕਿ ਪੁਰਾਣੇ ਵਿਚਾਰਾਂ ਦਾ ਧਾਰਨੀ ਹੋਵੇ ਤੇ ਜਿਸ ਨੂੰ ਕਿਸੇ ਅਸੱਭਿਅਕ ਜਾਤੀ ਦਾ ਬੋਧ ਹੋਵੇ ਉਹ ਫੋਕ ਹੈ। ਤਾਂ ਡਾਕਟਰ ਥਿੰਦ ਇਸ ਧਾਰਨਾ ਨੂੰ ਰੱਦ ਕਰਦੇ ਨੇ। ਤਾਂ ਉਹ ਫੋਕ ਦੀ ਭਾਵਨਾ ਨੂੰ ਪੇਂਡੂ, ਗਵਾਰ, ਜੱਡ, ਗੈਰ ਮਜ਼ਹਬ ਸੱਭਿਅਤਾ ਤੋਂ ਅਭਿੱਜ ਜਾਂ ਕਹਿ ਲਈਏ ਵੀ ਜੰਗਲਾਂ ਵਿੱਚ ਵੱਸਦੇ ਲੋਕਾਂ ਤੱਕ ਸੀਮਿਤ ਕਰ ਦੇਣ ਨੂੰ ਠੀਕ ਨਹੀਂ ਸਮਝਦੇ। ਲੋਕ ਦੇ ਅਰਥਾਂ ਦੇ ਵਿੱਚ ਸਥਿਤੀ ਤੇ ਸੰਦਰਭ ਦੇ ਅਨੁਸਾਰ ਜਿਹੜੀ ਤਬਦੀਲੀ ਵਾਪਰਦੀ ਰਹਿੰਦੀ ਆ। ਜਿਵੇਂ ਲੋਕ ਨੂੰ ਕਈ ਵਾਰੀ ਰਾਸ਼ਟਰ, ਜਨ, ਸਮੂਹ, ਜਾਤੀ, ਵਰਗ ਆਦਿ ਦੇ ਅਰਥਾਂ ਦੇ ਵਿੱਚ ਵੀ ਲੈ ਲਿਆ ਜਾਂਦਾ। ਤਾਂ ਪਰ ਡਾਕਟਰ ਥਿੰਦ ਆਪਣੇ ਤੋਂ ਜਿਹੜੇ ਪੂਰਬਲੇ ਜਿਹੜੇ ਲੋਕਧਾਰਾ ਸ਼ਾਸਤਰੀ ਨੇ, ਪੱਛਮੀ ਭਾਰਤੀ ਤੇ ਪੰਜਾਬੀ ਜਿਹੜੇ ਚਿੰਤਕ ਨੇ, ਵੀ ਉਹਨਾਂ ਦੇ ਪ੍ਰਸੰਗ ਦੇ ਵਿੱਚ ਜਦੋਂ ਉਹ ਫੋਕ ਦਾ ਅਧਿਐਨ ਕਰਦੇ ਨੇ ਤਾਂ ਉਹ ਫੋਕ ਨੂੰ ਇਹਨਾਂ ਅਰਥਾਂ ਤੋਂ ਤੋੜ ਕੇ ਲੋਕ ਨੂੰ ਨਵੀਂ ਭਾਵਨਾ ਦਾ ਜਿਹੜਾ ਉਹ ਲਖਾਇਕ ਬਣਾਉਂਦੇ ਨੇ। ਲੋਕ ਨੂੰ ਉਹ ਲੋਕਧਾਰਾ ਦੇ ਜਿਹੜੇ ਵਿਸ਼ੇਸ਼ ਜਾਂ ਕਹਿ ਲਈਏ ਪ੍ਰਮੁੱਖ ਵਿਸ਼ੇ ਆਗੇ ਜਿਵੇਂ ਲੋਕ ਕਲਾ, ਲੋਕ ਸਾਹਿਤ, ਲੋਕ ਵਿਸ਼ਵਾਸ, ਅਨੁਸ਼ਠਾਨ ਆਦਿ ਦੇ ਪ੍ਰਸੰਗ ਦੇ ਵਿੱਚ ਸਮਝਣ ਤੇ ਸਮਝਾਉਣ ਦਾ ਯਤਨ ਕਰਦੇ ਨੇ। ਡਾਕਟਰ ਥਿੰਦ ਐਲਨ ਡੰਡੀ ਦੇ ਹਵਾਲੇ ਦੇ ਨਾਲ ਫੋਕ ਨੂੰ ਜਿਹੜੀ ਉਹ ਵਿਆਪਕਤਾ ਦਾ ਜਿਹੜਾ ਧਾਰਨੀ ਬਣਾਉਂਦੇ ਨੇਗੇ। ਤਾਂ ਉਹ ਦੱਸਦੇ ਨੇ ਕਿ ਫੋਕ ਆ ਜਿਹੜਾ ਫੋਕ ਦੇ ਵਿੱਚ ਸੱਭਿਅਕ ਤੇ ਅਸੱਭਿਅਕ, ਪੇਂਡੂ ਤੇ ਸ਼ਹਿਰੀ, ਪੜ੍ਹਿਆ ਤੇ ਅਨਪੜ੍ਹਿਆ ਜਿਹੜਾ ਵਿਅਕਤੀ ਆ ਉਹ ਸ਼ਾਮਿਲ ਹੁੰਦਾ। ਭਾਵ ਉਹ ਫੋਕ ਦੇ ਅੰਤਰਗਤ ਸਿਰਫ ਅਨਪੜ੍ਹ, ਗੰਵਾਰ, ਪੇਂਡੂ ਜਾਂ ਸੱਭਿਅਕ ਲੋਕਾਂ ਨੂੰ ਨਹੀਂ ਸ਼ਾਮਿਲ ਕਰਦੇ, ਬਲਕਿ ਫੋਕ ਦੇ ਅੰਤਰਗਤ ਪੜ੍ਹੇ ਲਿਖੇ, ਸੱਭਿਅਕ ਤੇ ਅਸੱਭਿਅਕ, ਸ਼ਹਿਰੀ ਤੇ ਪੇਂਡੂ, ਭਾਵ ਕਿ ਵੀ ਇਸ ਦੇ ਵਿੱਚ ਉਹ ਵਿਅਕਤੀ ਵੀ ਸ਼ਾਮਿਲ ਆ ਜਿਹੜਾ ਕਿ ਇੱਕ ਜੰਗਲ ਦੇ ਵਿੱਚ ਰਹਿੰਦਾ ਚਾਹੇ, ਤੇ ਦੂਜਾ ਇਸ ਦੇ ਵਿੱਚ ਸੱਭਿਅਤਾ ਦੇ ਸਿਖਰ ਤੇ ਪਹੁੰਚਿਆ ਹੋਇਆ ਵਿਅਕਤੀ ਵੀ ਸ਼ਾਮਿਲ ਹੁੰਦਾ। ਇਸ ਤਰ੍ਹਾਂ ਡਾਕਟਰ ਥਿੰਦ ਐਲਨ ਡੰਡੀ ਦੇ ਹਵਾਲੇ ਦੇ ਨਾਲ ਫੋਕ ਨੂੰ ਇੱਕ ਸੀਮਤ ਦਾਇਰੇ ਤੋਂ ਵਿਸ਼ਾਲਤਾ ਦੇ ਖੇਤਰ ਦੇ ਵਿੱਚ ਲੈ ਕੇ ਜਾਂਦੇ ਨੇ। ਇਸ ਤੋਂ ਅੱਗੇ ਡਾਕਟਰ ਥਿੰਦ ਯਾਨ ਬਾਰੇ ਗੱਲ ਕਰਦੇ ਨੇ, ਤੇ ਜਿਹੜਾ ਯਾਨ ਸ਼ਬਦ ਆ ਉਹ ਲੋਰ ਦੇ ਪਰਿਵਾਚੀ ਮੰਨਦੇ ਨੇ ਉਹ, ਤੇ ਲੋਰ ਜਿਹੜਾ ਸ਼ਬਦ ਆ ਉਹ ਐਂਗਲੋ ਸੈਕਸ਼ਨ ਸ਼ਬਦ ਲਾਰ ਤੋਂ ਬਣਿਆ, ਜਿਸ ਦਾ ਭਾਵ ਆ ਜਿਹੜਾ ਸਿੱਖਿਆ ਜਾਵੇ। ਯਾਨ ਜਿਹੜਾ ਸ਼ਬਦ ਆ ਉਹਨੂੰ ਜਾਣਾ ਜਾਂ ਸਵਾਰੀ ਦੇ ਅਰਥਾਂ ਦੇ ਵਿੱਚ ਲਿਆ ਜਾਂਦਾ। ਡਾਕਟਰ ਥਿੰਦ ਯਾਨ ਜਿਹੜਾ ਸ਼ਬਦ ਆ ਉਹ ਬੁੱਧ ਧਰਮ ਦੀਆਂ ਜਿਹੜੀਆਂ ਸ਼ਾਖਾਵਾਂ ਨੇ, ਹੀਨ ਜਾਨ ਤੇ ਮਹਾਜਾਨ ਤੋਂ, ਉੱਥੋਂ ਉਹ ਲੈਂਦੇ ਨੇ। ਬੁੱਧ ਧਰਮ ਦੇ ਵਿੱਚ ਇਹਨਾਂ ਸ਼ਾਖਾਵਾਂ ਦਾ ਭਾਵ ਹੈ ਕਿ ਉਹ ਸਵਾਰੀ ਜਿਸ ਤੇ ਧਾਰਮਿਕ ਜਿਗਿਆਸੂ ਸਵਾਰੀ ਕਰਕੇ ਆਪਣੇ ਲਕਸ਼ ਦੀ ਪ੍ਰਾਪਤੀ ਕਰਦਾ। ਤਾਂ ਡਾਕਟਰ ਥਿੰਦ ਜਦੋਂ ਯਾਨ ਨੂੰ ਫੋਕਲੋਰ ਦੇ ਅਰਥਾਂ ਦੇ ਵਿੱਚ ਸਮਝਦੇ ਆ ਤਾਂ ਉਹ ਦੱਸਦੇ ਨੇ ਕਿ ਯਾਨ ਤੋਂ ਭਾਵ ਉਹ ਸਵਾਰੀ ਜਿਸ ਤੇ ਲੋਕ ਮਨ ਸਫ਼ਰ ਕਰਕੇ ਆਪਣੀ ਮਾਨਸਿਕ ਤੇ ਸੰਸਕ੍ਰਿਤਿਕ ਯਾਤਰਾ ਜਿਹੜੀ ਉਹ ਪੂਰੀ ਕਰਦਾ।
ਇਸ ਤਰ੍ਹਾਂ ਜਿਹੜਾ ਜਿਵੇਂ ਡਾਕਟਰ ਥਿੰਦ ਦੱਸਦੇ ਨੇ ਕਿ ਫੋਕਲੋਰ ਆ ਜਿਹੜਾ ਉਹ ਗਤੀਸ਼ੀਲ ਤੇ ਬਹਿਣ ਦੀ ਭਾਵਨਾ ਦਾ ਲਖਾਇਕ ਆ। ਉਸੇ ਤਰ੍ਹਾਂ ਜਿਹੜਾ ਲੋਕ ਦੇ ਵਿੱਚ ਯਾਨ ਸ਼ਬਦ ਆ ਉਹ ਵੀ ਇਸ ਦੀ ਜਿਹੜੀ ਬਹਿਣ ਦੀ ਜਿਹੜੀ ਜਾਂ ਗਤੀਸ਼ੀਲਤਾ ਦੀ ਜਿਹੜੀ ਭਾਵਨਾ ਗੀ ਉਹਨੂੰ ਪ੍ਰਗਟਾਉਂਦਾ। ਤੇ ਇਸ ਤਰ੍ਹਾਂ ਉਹ ਫੋਕਲੋਰ ਦੇ ਸੰਦਰਭ ਦੇ ਵਿੱਚ ਲੋਕ ਯਾਨ ਸ਼ਬਦ ਨੂੰ ਪੰਜਾਬੀ ਦੇ ਵਿੱਚ ਵਧੇਰੇ ਜਿਹੜਾ ਸਾਰਥਿਕ ਸਿੱਧ ਕਰਦੇ ਨੇ ਤੇ ਉਹ ਮੰਨਦੇ ਨੇ ਕਿ ਵੀ ਜਿਹੜਾ ਲੋਕ ਯਾਨ ਸ਼ਬਦ ਆ ਇਹ ਫੋਕਲੋਰ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਦੇ ਸਮਰੱਥ ਹੈ। ਭਾਵੇਂ ਕਿ ਬਾਅਦ ਦੇ ਵਿੱਚ ਉਹਨਾਂ ਦੁਆਰਾ ਘੜਿਆ ਜਿਹੜਾ ਇਹ ਸ਼ਬਦ ਆ ਵਧੇਰੇ ਮਕਬੂਲੀਅਤ ਪ੍ਰਾਪਤ ਨਹੀਂ ਕਰ ਸਕਿਆ ਤੇ ਜਿਹੜਾ ਹੁਣ ਵੀ ਪੰਜਾਬੀ ਦੇ ਵਿੱਚ ਬਥੇਰੇ ਲੋਕਧਾਰਾ ਜਿਹੜਾ ਸ਼ਬਦ ਪ੍ਰਚਲਿਤ ਹੈ। ਡਾਕਟਰ ਥਿੰਦ ਲੋਕ ਯਾਨ ਨੂੰ ਪਰਿਭਾਸ਼ਿਤ ਕਰਦੇ ਹੋਏ ਦੱਸਦੇ ਨੇ ਕਿ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ, ਪ੍ਰਾਚੀਨ ਸੱਭਿਆਚਾਰ ਦੇ ਅਵਸ਼ੇਸ਼ਾਂ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ ਜਿਸ ਦੇ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਤੇ ਜਿਸ ਨੂੰ ਲੋਕ ਸਮੂਹ ਆ ਜਿਹੜਾ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰੇ ਲੋਕ ਯਾਨ ਇਸ ਦੇ ਅੰਤਰਗਤ ਕਲਾ, ਸਾਹਿਤ, ਵਿਸ਼ਵਾਸ, ਅਨੁਸ਼ਠਾਨ, ਲੋਕ ਮਨੋਰੰਜਨ, ਧੰਦੇ ਆਦਿ ਜਿਹੜੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ। ਕਹਿਣ ਤੋਂ ਭਾਵ ਕਿ ਲੋਕ ਜੀਵਨ ਦੇ ਨਾਲ ਜਿਹੜੀ ਜੁੜੀਆਂ ਸਮੱਗਰੀ ਹੈਗੀ ਉਹ ਇਸ ਦੇ ਖੇਤਰ ਦੇ ਵਿੱਚ ਆਉਂਦੀ ਆ। ਇਸ ਤਰ੍ਹਾਂ ਡਾਕਟਰ ਥਿੰਦ ਨੇ ਲੋਕਧਾਰਾ ਦੀ ਜਿਹੜੀ ਵਿਸ਼ਾਲ ਜਿਹੜਾ ਖੇਤਰ ਆ ਉਹਨੂੰ ਇੱਕ ਸਮੁੱਚਤਾ ਦੇ ਵਿੱਚ ਸਮੇਟਣ ਦਾ ਜਿਹੜਾ ਯਤਨ ਕੀਤਾ। ਲੋਕ ਯਾਨ ਨੂੰ ਪਰਿਭਾਸ਼ਿਤ ਕਰਨ ਤੋਂ ਬਾਅਦ ਦੇ ਵਿੱਚ ਉਹ ਲੋਕਧਾਰਾ ਦੀ ਸਮੱਗਰੀ ਬਾਰੇ ਆਪਣੇ ਵਿਚਾਰ ਦਿੰਦੇ ਨੇ ਤੇ ਲੋਕਧਾਰਾ ਦੀ ਜਿਹੜੀ ਸਮੱਗਰੀ ਨੂੰ ਉਹਨਾਂ ਨੇ ਆਪਣੇ ਦੁਆਰਾ ਦਿੱਤੀ ਲੋਕ ਯਾਨ ਦੀ ਪਰਿਭਾਸ਼ਾ ਦੇ ਵਿੱਚ ਵੀ ਛੋਹਣ ਦਾ ਯਤਨ ਕੀਤਾ। ਡਾਕਟਰ ਥਿੰਦ ਲੋਕਧਾਰਾ ਦੀ ਸਮੱਗਰੀ ਜਾਂ ਕਹਿ ਲਈਏ ਵੀ ਕਿਹੜੀ ਚੀਜ਼ ਆ ਜਿਹੜੀ ਲੋਕਧਾਰਾ ਦੀ ਸਮੱਗਰੀ ਦਾ ਹਿੱਸਾ ਬਣ ਸਕਦੀ ਆ ਉਹਦੇ ਬਾਰੇ ਗੱਲ ਕਰਦੇ ਹੋਏ ਦੱਸਦੇ ਨੇ ਕਿ ਜਿਸ ਸਮੱਗਰੀ ਦੇ ਵਿੱਚੋਂ ਲੋਕ ਪਰੰਪਰਾ ਦੇ ਅੰਸ਼ ਹੋਣ ਤੇ ਜਿਹਦੇ ਵਿੱਚ ਪ੍ਰਾਚੀਨ ਸੰਸਕ੍ਰਿਤੀ ਦੇ ਅਵਸ਼ੇਸ਼ ਹੋਣ ਤੇ ਜਿਹਦੇ ਵਿੱਚ ਲੋਕ ਮਨ ਦਾ ਜਿਹੜਾ ਪ੍ਰਗਟਾਵਾ ਹੋਵੇ ਤੇ ਜਿਸ ਨੂੰ ਲੋਕ ਸਮੂਹ ਆ ਜਿਹੜਾ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰੇ, ਉਹ ਜਿਹੜੀ ਸਮੱਗਰੀ ਹੈਗੀ ਉਹ ਲੋਕਧਾਰਾ ਦੀ ਸਮੱਗਰੀ ਦਾ ਹਿੱਸਾ ਬਣ ਸਕਦੀ ਆ। ਤੇ ਜਿਹੜੀ ਇਹ ਸਮੱਗਰੀ ਆ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਆ, ਕਲਾ ਦੇ ਰੂਪ ਦੇ ਵਿੱਚ ਹੋ ਸਕਦੀ ਆ, ਠੋਸ ਵਸਤਾਂ ਦੇ ਰੂਪ ਦੇ ਵਿੱਚ ਹੋ ਸਕਦੀ ਆ, ਬਾਣੀ ਵਿਲਾਸ ਦੇ ਰੂਪ ਵਿੱਚ ਹੋ ਸਕਦੀ ਆ, ਇਵਨ ਕਿ ਉਹ ਜਨਮ ਤੋਂ ਲੈ ਕੇ ਮਰਨ ਤੱਕ ਕੀਤੇ ਜਾਂਦੇ ਜਿਹੜੇ ਰੀਤੀ ਰਿਵਾਜ ਨੇ ਜਾਂ ਵਿਸ਼ਵਾਸ ਜਿਹੜੇ ਨੇਗੇ ਉਹਨਾਂ ਦੇ ਰੂਪ ਦੇ ਵਿੱਚ ਹੋ ਸਕਦੀ ਆ। ਜੰਤਰ ਮੰਤਰ, ਜਾਦੂ ਟੂਣਾ, ਲੋਕ ਧਰਮ ਆਦਿ ਦੇ ਰੂਪ ਦੇ ਵਿੱਚ ਹੋ ਸਕਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕਧਾਰਾ ਦੀ ਜਿਹੜੀ ਸਮੱਗਰੀ ਦਾ ਸੰਚਾਰ ਆ ਉਹ ਸਿਰਫ ਮੌਖਿਕ ਰੂਪ ਦੇ ਵਿੱਚ ਨਹੀਂ ਹੁੰਦਾ, ਉਹ ਲਿਖਤੀ ਰੂਪ ਦੇ ਵਿੱਚ ਵੀ ਹੋ ਸਕਦੀ ਆ ਤੇ ਸਰੀਰਕ ਕਿਰਿਆਵਾਂ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ ਤੇ ਚਿੰਨ੍ਹਾਂ ਤੇ ਪ੍ਰਤੀਕਾਂ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ। ਇਸ ਤਰ੍ਹਾਂ ਡਾਕਟਰ ਥਿੰਦ ਦੱਸਦੇ ਨੇ ਕਿ ਜਿਹੜਾ ਲੋਕ ਸਮੱਗਰੀ ਨੂੰ ਪੈਦਾ ਕਰਨ ਦਾ ਜਿਹੜਾ ਇਹ ਵਰਤਾਰਾ ਉਹ ਸੱਭਿਅਤਾ ਤੋਂ ਦੂਰ ਜਿਹੜੇ ਟੱਪਰੀਵਾਸ ਲੋਕ ਨੇ ਜਾਂ ਜੰਗਲਾਂ ਦੇ ਵਿੱਚ ਵੱਸਦੇ ਜਿਹੜੇ ਆਦੀਵਾਸੀ ਨੇ ਜਾਂ ਅਲਪ ਸਿੱਖਿਅਤ ਲੋਕ ਤੇ ਸੱਭਿਅਤਾ ਦੇ ਸਿਖਰ ਤੇ ਪਹੁੰਚੇ ਹੋਏ ਜਿਹੜੇ ਸ਼ਹਿਰਾਂ ਦੇ ਵਿੱਚ ਵੱਸਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਇਹ ਵਰਤਾਰਾ ਜਿਹੜਾ ਸੁਭਾਵਿਕ ਚੱਲਦਾ ਰਹਿੰਦਾ। ਤਾਂ ਇਸ ਤਰ੍ਹਾਂ ਡਾਕਟਰ ਥਿੰਦ ਲੋਕਧਾਰਾ ਦੀ ਸਮੱਗਰੀ ਕਿਹੜੀ ਚੀਜ਼ ਬਣ ਸਕਦੀ ਆ ਉਹਦੇ ਬਾਰੇ ਗੱਲ ਕਰਦੇ ਨੇ ਤੇ ਦੂਜੇ ਉਹਦੇ ਸੰਚਾਰ ਕਿਸ ਰੂਪ ਦੇ ਵਿੱਚ ਹੋ ਸਕਦਾ ਉਹਦੇ ਬਾਰੇ ਗੱਲ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕਰਦੇ ਨੇ। ਇਸ ਤੋਂ ਅੱਗੇ ਡਾਕਟਰ ਥਿੰਦ ਲੋਕਧਾਰਾ ਦੀ ਸਮੱਗਰੀ ਨੂੰ ਵਰਗੀਕ੍ਰਿਤ ਕਰਦੇ ਨੇ। ਡਾਕਟਰ ਥਿੰਦ ਹੋਰਾਂ ਤੋਂ ਪਹਿਲਾਂ ਭਾਵੇਂ ਕਿ ਬਹੁਤੀ ਕੋਈ ਵਿਧੀਵਤ ਢੰਗ ਨਾਲ ਲੋਕਧਾਰਾ ਦੇ ਖੇਤਰ ਵਿੱਚ ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਹੋਇਆ ਨਹੀਂ ਮਿਲਦਾ, ਭਾਵੇਂ ਕਿ ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਧਾਰਾ ਸ਼ਾਸਤਰੀਆਂ ਨੇ ਇਸ ਖੇਤਰ ਦੇ ਵਿੱਚ ਆਪਣਾ ਖੋਜ ਕਾਰਜ ਕਰਨ ਦਾ ਜਿਹੜਾ ਯਤਨ ਕੀਤਾ, ਪਰ ਉਸ ਵਰਗ ਵੰਡ ਤੋਂ ਕੋਈ ਬਹੁਤੇ ਸਾਰਥਕ ਨਤੀਜੇ ਸਾਨੂੰ ਦੇਖਣ ਨੂੰ ਨਹੀਂ ਮਿਲੇ। ਲੋਕਧਾਰਾ ਦੀ ਸਮੱਗਰੀ ਦੀ ਵਰਗੀਕਰਨ ਕੀਤਾ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਦੇ ਆਧਾਰ ਤੇ ਹੀ ਲੋਕਧਾਰਾ ਦਾ ਸਰੂਪ ਤੇ ਖੇਤਰ ਨਿਰਧਾਰਿਤ ਕੀਤਾ ਜਾਣਾ ਸੀ ਤੇ ਡਾਕਟਰ ਥਿੰਦ ਨੇ ਇਸ ਕਾਰਜ ਨੂੰ ਵਧੇਰੇ ਸੁਚੇਤ ਪੱਧਰ ਤੇ ਹੋ ਕੇ ਕਰਨ ਦਾ ਯਤਨ ਕੀਤਾ। ਉਹ ਲੋਕਧਾਰਾ ਦੀ ਸਮੱਗਰੀ ਨੂੰ 7 ਵਰਗਾਂ ਦੇ ਵਿੱਚ ਵੰਡਦੇ ਨੇ, ਜਿਹਦੇ ਵਿੱਚ ਲੋਕ ਸਾਹਿਤ, ਲੋਕ ਕਲਾ, ਲੋਕ ਵਿਸ਼ਵਾਸ, ਅਨੁਸ਼ਠਾਨ, ਲੋਕ ਧੰਦੇ, ਲੋਕ ਬੋਲੀ ਜਾਂ ਸ਼ਬਦ ਨਿਰਮਾਣ ਤੇ ਫੁਟਕਲ। ਇਸ ਤਰ੍ਹਾਂ ਉਹ ਜਿਹੜੀ ਲੋਕਧਾਰਾ ਦੀ ਜਿਹੜੀ ਵਿਸ਼ਾਲ ਸਮੱਗਰੀ ਹੈਗੀ ਉਹਨੂੰ ਇੱਕ 7 ਭਾਗਾਂ ਦੇ ਵਿੱਚ ਵੰਡਣ ਦਾ ਜਿਹੜਾ ਉਹ ਯਤਨ ਕਰਦੇ ਨੇਗੇ। ਬਾਅਦ ਦੇ ਲੋਕਧਾਰਾ ਸ਼ਾਸਤਰੀਆਂ ਨੇ ਡਾਕਟਰ ਥਿੰਦ ਦੁਆਰਾ ਕੀਤੀ ਇਸ ਵਰਗ ਵੰਡ ਦੇ ਵਿੱਚ ਕੁਝ ਖਾਮੀਆਂ ਵੀ ਤਲਾਸ਼ੀਆਂ ਨੇ, ਜਿਵੇਂ ਉਹ ਮੰਨਦੇ ਨੇ ਕਿ
ਲੋਕ ਬੋਲੀ ਨੂੰ ਵੱਖਰੇ ਵਰਗ ਦੇ ਵਿੱਚ ਲੋਕ ਸਾਹਿਤ ਨਾਲੋਂ ਵੱਖਰੇ ਵਰਗ ਦੇ ਤੌਰ 'ਤੇ ਜਿਹੜਾ ਵਰਗ ਵੰਡ ਕਰਨ ਦੇ ਪਿੱਛੇ ਉਹਨਾਂ ਦੀ ਕੀ ਧਾਰਨਾ, ਉਹਦੇ ਬਾਰੇ ਡਾਕਟਰ ਥਿੰਦ ਕੋਈ ਗੱਲ ਨਹੀਂ ਕਰਦੇ। ਦੂਜਾ, ਲੋਕ ਧਰਮ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਵਿਸ਼ਾ, ਉਹਨੂੰ ਅਨੁਸ਼ਠਾਨਾਂ ਦੇ ਅਧੀਨ ਹੀ ਵਿਚਾਰ ਦੇਣਾ, ਇਹ ਵੀ ਉਹ ਠੀਕ ਨਹੀਂ ਮੰਨਦੇ। ਅਤੇ ਦੂਜਾ, ਉਹ ਇਹ ਵੀ ਮੰਨਦੇ ਨੇ ਕਿ ਵੀ ਜਿਹੜੇ ਫੁਟਕਲ ਦੇ ਵਿੱਚ ਜਿਵੇਂ ਉਹਨਾਂ ਨੇ ਲੋਕ ਖੇਡਾਂ ਅਤੇ ਜਿਹੜੇ ਜਾਂ ਕਹਿ ਲਈਏ ਵੀ ਮਨੋਰੰਜਨ ਦੇ ਜਿਹੜੇ ਸਾਧਨ ਨੇਗੇ, ਜਿਨ੍ਹਾਂ ਦੇ ਕਿ ਲੋਕਧਾਰਾ ਦੇ ਖੇਤਰ ਵਿੱਚ ਆਪਣੀ ਇੱਕ ਮਹੱਤਤਾ ਗੀ, ਉਹਨਾਂ ਨੂੰ ਫੁਟਕਲ ਦੇ ਵਿੱਚ ਵਿਚਾਰ ਦੇਣਾ ਵੀ ਉਹ ਸਹੀ ਨਹੀਂ ਮੰਨਦੇ। ਇਸ ਤਰ੍ਹਾਂ ਉਹ ਮੰਨਦੇ ਨੇ ਕਿ ਵੀ ਜਿਹੜੀ ਡਾਕਟਰ ਥਿੰਦ ਹੋਰਾਂ ਨੇ ਵਰਗ ਵੰਡ ਕੀਤੀ ਆ, ਉਸ ਬਾਰੇ ਦੁਬਾਰਾ ਵਿਚਾਰ ਕਰਨ ਦੀ ਜਿਹੜੀ ਜ਼ਰੂਰਤ ਆ। ਡਾਕਟਰ ਥਿੰਦ ਦੀ ਇਸ ਵਰਗ ਵੰਡ ਦੇ ਪਿੱਛੇ ਜਿਹੜੀ ਆ ਉਹ ਖਾਮੀਆਂ ਮੰਨਦੇ ਨੇ, ਉਹਦਾ ਉਹ ਕਾਰਨ ਮੰਨਦੇ ਨੇ ਕਿ ਉਹਨਾਂ ਨੂੰ ਜਿਹੜੀ ਲੋਕਧਾਰਾ ਦੇ ਜਿਹੜੇ ਵੱਖ-ਵੱਖ ਵਿਸ਼ੇ ਨੇ, ਉਹਨਾਂ ਵਿਸ਼ਿਆਂ ਬਾਰੇ ਉਹ ਅਸਪਸ਼ਟ ਹੈਗੀ, ਜਿਸ ਕਰਕੇ ਇਸ ਲੋਕਧਾਰਾ ਦੀ ਸਮੱਗਰੀ ਦੀ ਵਰਗ ਵੰਡ ਦੇ ਵਿੱਚ ਖਾਮੀਆਂ ਪਾਈ ਗਈਆਂ। ਪਰ ਡਾਕਟਰ ਥਿੰਦ ਨੇ ਪੰਜਾਬੀ ਲੋਕਧਾਰਾ ਦਾ ਸਰੂਪ ਤੇ ਖੇਤਰ ਨਿਰਧਾਰਤ ਕਰਨ ਦੇ ਲਈ ਉਹਦੀ ਵਿਸ਼ਾਲ ਸਮੱਗਰੀ ਨੂੰ ਇਹਨਾਂ 7 ਭਾਗਾਂ ਦੇ ਵਿੱਚ ਵੰਡ ਕੇ ਲੋਕਧਾਰਾ ਦਾ ਸਰੂਪ ਤੇ ਖੇਤਰ ਨਿਰਧਾਰਤ ਕਰਨ ਦਾ ਮੁੱਢਲਾ ਯਤਨ ਕੀਤਾ। ਇਸ ਲਈ ਸਾਨੂੰ ਉਹਨਾਂ ਦੇ ਕੰਮ ਦੀ ਕਦਰ ਕਰਨੀ ਬਣਦੀ ਹੈ। ਡਾਕਟਰ ਥਿੰਦ ਦੁਆਰਾ ਲੋਕਧਾਰਾਈ ਸਮੱਗਰੀ ਦੀ ਕੀਤੀ ਵਰਗ ਵੰਡ ਇਸ ਗੱਲ ਦੀ ਸੂਚਕ ਹੈ ਕਿ ਲੋਕਧਾਰਾ ਦਾ ਜਿਹੜਾ ਖੇਤਰ ਹੈ ਉਹ ਬਹੁਤ ਹੀ ਵਿਸਤ੍ਰਿਤ ਹੈ। ਇਸਦੇ ਹਰ ਖੇਤਰ ਦੇ ਜਿਹੜੇ ਵੱਖ-ਵੱਖ ਅੰਗ ਨੇ, ਉਹਨਾਂ ਨੂੰ ਸੁਤੰਤਰ ਤੌਰ 'ਤੇ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ। ਡਾਕਟਰ ਥਿੰਦ ਦੁਆਰਾ ਲੋਕਧਾਰਾਈ ਸਮੱਗਰੀ ਦੇ ਵਰਗੀਕਰਨ ਬਾਰੇ ਗੱਲ ਕਰਨ ਤੋਂ ਬਾਅਦ ਜੇ ਲੋਕ ਸਾਹਿਤ ਬਾਰੇ ਦਿੱਤੀਆਂ ਉਹਨਾਂ ਦੀਆਂ ਧਾਰਨਾਵਾਂ ਬਾਰੇ ਗੱਲ ਕਰੀਏ ਤਾਂ ਉਹ ਸਭ ਤੋਂ ਪਹਿਲਾਂ ਲੋਕ ਸਾਹਿਤ ਕੀ ਹੈ ਉਸ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਨੇ। ਲੋਕ ਸਾਹਿਤ ਬਾਣੀ ਵਿਲਾਸ ਦਾ ਖੇਤਰ ਹੈ। ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਨ ਦੀ ਸਹਿਜ ਸੁਭਾਵਿਕ ਵਿਅਕਤੀ ਲੋਕ ਸਾਹਿਤ ਹੈ, ਜਿਸਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਦੇ ਵਿੱਚ ਹੋਇਆ ਹੁੰਦਾ। ਇਸ ਦੀ ਰਚਨਾ ਨਾਲ ਕਿਸੇ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ। ਇਸ ਨੂੰ ਲੋਕ ਮਨ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੋਕ ਸਾਹਿਤ ਦੀ ਜਿਹੜੀ ਸਿਰਜਣਾ ਉਹ ਅਗਿਆਤ ਵਿਅਕਤੀ ਦੁਆਰਾ ਲੋਕ ਬੋਲੀ ਦੇ ਵਿੱਚ ਕੀਤੀ ਗਈ ਹੁੰਦੀ ਆ, ਅਤੇ ਜਿਹੜੇ ਇਹ ਮੌਖਿਕ ਰੂਪ ਦੇ ਵਿੱਚ ਸਫ਼ਰ ਕਰਕੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜਦਾ। ਅਤੇ ਲੋਕ ਸਾਹਿਤ ਦੇ ਵਿੱਚ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਦੇ ਨਾਲ ਨਾਲ ਲੋਕ ਮਾਨਸਿਕਤਾ ਦਾ ਜਿਹੜਾ ਪ੍ਰਗਟਾਵਾ ਸਾਨੂੰ ਵੇਖਣ ਨੂੰ ਮਿਲਦਾ। ਲੋਕ ਸਾਹਿਤ ਦੇ ਲੇਖਕ ਬਾਰੇ ਡਾਕਟਰ ਥਿੰਦ ਜਦੋਂ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਲੋਕ ਸਮੂਹ ਦਾ ਹਰ ਵਿਅਕਤੀ ਇਸ ਕਾਬਿਲ ਨਹੀਂ ਹੁੰਦਾ ਕਿ ਉਹ ਕਿਸੇ ਸਾਹਿਤ ਰੂਪ ਦੀ ਸਿਰਜਣਾ ਕਰ ਸਕੇ। ਲੋਕ ਸਾਹਿਤ ਦੀ ਜਿਹੜੀ ਰਚਨਾ ਗੀ ਉਹ ਕਿਸੇ ਸਮੇਂ ਇੱਕ ਵਿਅਕਤੀ ਦੀ ਸਿਰਜਣਾ ਹੋ ਸਕਦੀ ਆ, ਅਤੇ ਕਈ ਵਾਰ ਐਵੇਂ ਦੀਆਂ ਜਿਹੜੀਆਂ ਰਚਨਾਵਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਕਿ ਜਿਹੜੀਆਂ ਸਮੂਹਾਂ ਦੇ ਵਿੱਚ ਬੈਠ ਕੇ ਸਿਰਜੀਆਂ ਗਈਆਂ ਹੁੰਦੀਆਂ ਨੇ। ਅਤੇ ਡਾਕਟਰ ਥਿੰਦ ਦੱਸਦੇ ਨੇ ਕਿ ਲੋਕ ਸਾਹਿਤ ਦੀ ਜਿਹੜੀ ਰਚਨਾ ਉਹ ਕਿਸੇ ਇੱਕ ਵਿਅਕਤੀ ਦੀ ਸਿਰਜਣਾ ਹੋ ਸਕਦੀ ਹੈ, ਪਰ ਉਸਨੂੰ ਲੋਕ ਸਾਹਿਤ ਦਾ ਹਿੱਸਾ ਬਣਨ ਦੇ ਲਈ ਲੰਮੀ ਪਰੰਪਰਾ ਦੇ ਵਿੱਚੋਂ ਗੁਜ਼ਰਨਾ ਪੈਂਦਾ, ਅਤੇ ਉਸਨੂੰ ਲੋਕ ਮਨ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਜ਼ਰੂਰੀ ਹੁੰਦੀ ਹੈ, ਅਤੇ ਉਸਦੇ ਵਿੱਚ ਲੋਕ ਸੰਸਕ੍ਰਿਤੀ ਦੇ ਜਿਹੜੇ ਅੰਸ਼ ਸ਼ਾਮਿਲ ਹੋਣੇ ਚਾਹੀਦੇ ਨੇ, ਅਤੇ ਲੋਕ ਮਾਨਸਿਕਤਾ ਦਾ ਉਹ ਪ੍ਰਗਟਾਵਾ ਕਰਦੀ ਹੋਣੀ ਚਾਹੀਦੀ ਹੈ। ਕਿਸੇ ਇੱਕ ਵਿਅਕਤੀ ਦੁਆਰਾ ਜਿਹੜੀ ਸਿਰਜੀ ਗਈ ਰਚਨਾ ਗੀ ਜਦੋਂ ਲੋਕ ਸਮੂਹ ਦੇ ਵਿੱਚ ਉਹ ਜਾਂਦੀ ਆ ਤਾਂ ਲੋਕ ਸਮੂਹ ਉਹਨੂੰ ਮੌਖਿਕ ਰੂਪ ਦੇ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਭੇਜਦਾ ਮੌਖਿਕ ਰੂਪ ਦੇ ਵਿੱਚ। ਤਾਂ ਜਦੋਂ ਉਹ ਮੌਖਿਕ ਰੂਪ ਦੇ ਵਿੱਚ ਸਫ਼ਰ ਕਰਦੀ ਆ ਤਾਂ ਉਸਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਵਾਪਰ ਜਾਂਦੀਆਂ ਨੇ। ਕਹਿਣ ਤੋਂ ਭਾਵ ਕਿ ਉਹਦਾ ਜਿਹੜਾ ਮੌਲਿਕ ਰੂਪ ਆ ਉਹ ਖਤਮ ਹੋ ਜਾਂਦਾ ਤਾਂ ਉਹ ਬਦਲਵੇਂ ਰੂਪ ਦੇ ਵਿੱਚ ਸਫ਼ਰ ਕਰਕੇ ਅੱਗੇ ਤੁਰਦੀ ਆ। ਇਸ ਤਰ੍ਹਾਂ ਸਾਨੂੰ ਉਸ ਸਾਹਿਤ ਰਚਨਾ ਦੇ ਵਿੱਚੋਂ ਇੱਕ ਵਿਅਕਤੀ ਵਿਸ਼ੇਸ਼ ਦੀ ਸ਼ਖਸੀਅਤ ਦੇ ਬਜਾਏ ਲੋਕ ਸੰਸਕ੍ਰਿਤੀ ਦੇ ਜਾਂ ਕਹਿ ਲਈਏ ਜਿਹੜੀ ਲੋਕ ਸਮੂਹ ਦੀ ਸੰਸਕ੍ਰਿਤੀ ਆ ਉਸ ਦਾ ਪ੍ਰਗਟਾਵਾ ਵੇਖਣ ਨੂੰ ਮਿਲਦਾ। ਇਸ ਤਰ੍ਹਾਂ ਡਾਕਟਰ ਥਿੰਦ ਲੋਕ ਸਾਹਿਤ ਦੇ ਲੇਖਕ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਨੇ। ਇਸ ਤੋਂ ਅੱਗੇ ਡਾਕਟਰ ਥਿੰਦ ਵਿਸ਼ਿਸ਼ਟ ਸਾਹਿਤ, ਲੋਕ ਸਾਹਿਤ ਅਤੇ ਲੋਕਪ੍ਰਿਯ ਸਾਹਿਤ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਵਿਸ਼ਿਸ਼ਟ ਸਾਹਿਤ ਦਾ ਲੇਖਕ ਜਦੋਂ ਲੋਕ ਸਾਹਿਤ ਤੋਂ ਸਮੱਗਰੀ ਲੈ ਕੇ ਅਤੇ ਲੋਕ ਬੋਲੀ ਦੇ ਵਿੱਚ ਕਿਸੇ ਸਾਹਿਤ ਦੀ ਰਚਨਾ ਕਰਦਾ ਤਾਂ ਜਿਹੜੇ ਬਹੁਤੇ ਵਿਦਵਾਨ ਨੇ ਉਹਨੂੰ ਲੋਕ ਸਾਹਿਤ ਸਮਝਣਾ ਸ਼ੁਰੂ ਕਰ ਲੈਂਦੇ ਨੇ। ਹਾਲਾਂਕਿ ਉਹ ਲੋਕਪ੍ਰਿਯ ਸਾਹਿਤ ਹੋ ਸਕਦਾ ਪਰ ਉਹ ਲੋਕ ਸਾਹਿਤ ਤੋਂ ਭਿੰਨ ਹੈ। ਜਿਵੇਂ ਡਾਕਟਰ ਥਿੰਦ ਦੱਸਦੇ ਨੇ ਕਿ ਜਿਹੜੇ ਲੋਕ ਸਾਹਿਤ ਆ ਉਹ ਵਿਸ਼ਿਸ਼ਟ ਸਾਹਿਤ ਦਾ ਆਧਾਰ ਸਰੋਤ ਹੈ।
ਜਿਵੇਂ ਉਹ ਐਗਜ਼ਾਮਪਲ ਦੇ ਤੌਰ ਤੇ ਦੱਸਦੇ ਨੇ ਕਿ ਜਿਵੇਂ ਰਾਮਾਇਣ ਤੇ ਮਹਾਭਾਰਤ ਜਾਂ ਵਾਰਿਸ ਸ਼ਾਹ ਦੀ ਹੀਰ ਆ ਗਈ, ਇਹ ਜਿਹੜੇ ਇਹਨਾਂ ਨੇ ਆਪਣੀ ਜਿਹੜੀ ਸਮੱਗਰੀ ਆ ਉਹ ਲੋਕ ਸਾਹਿਤ ਤੋਂ ਲਈ ਆ, ਤੇ ਇਹ ਲੋਕਪ੍ਰਿਯ ਰਚਨਾਵਾਂ ਹੋ ਸਕਦੀਆਂ ਨੇ, ਪਰ ਇਹਨਾਂ ਨੂੰ ਲੋਕ ਸਾਹਿਤ ਦੇ ਵਰਗ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਤਰ੍ਹਾਂ ਡਾਕਟਰ ਥਿੰਦ ਮੰਨਦੇ ਨੇ ਕਿ ਵਸਿਸ਼ਠ ਸਾਹਿਤ ਦੀ ਸਿਰਜਣਾ ਦੇ ਵਿੱਚ ਲੋਕ ਸਾਹਿਤ ਆਧਾਰ ਸਰੋਤ ਦੇ ਵਜੋਂ ਕੰਮ ਕਰਦਾ। ਉਹ ਮੰਨਦੇ ਨੇ ਕਿ ਸੰਸਾਰ ਦੇ ਹਰ ਯੁੱਗ ਦਾ ਜਿਹੜਾ ਸਾਹਿਤਕਾਰ ਹੈ ਉਹ ਕਿਤੇ ਨਾ ਕਿਤੇ ਜਿਹੜੀ ਆਪਣੀ ਲੋਕ ਸਾਹਿਤ ਦੀ ਪਰੰਪਰਾ ਤੋਂ ਪ੍ਰਭਾਵਿਤ ਹੋਇਆ ਹੁੰਦਾ। ਕਹਿਣ ਤੋਂ ਭਾਵ ਕਿ ਉਹ ਕਿਸੇ ਵੀ ਸਾਹਿਤ ਰੂਪ ਦੀ ਸਿਰਜਣਾ ਦੇ ਲਈ ਆਪਣੀ ਪਰੰਪਰਾ ਦੇ ਵਿੱਚ ਵੇਖਦਾ। ਹਰ ਯੁੱਗ ਦੇ ਜਿਹੜੇ ਸਾਹਿਤਕਾਰ ਨੇਗੇ ਉਹ ਆਪਣੀ ਜਿਹੜੀ ਲੋਕ ਸਾਹਿਤ ਦੀ ਪਰੰਪਰਾ ਹੈਗੀ ਉਸਦੇ ਰਿਣੀ ਹੁੰਦੇ ਨੇ। ਜਿਵੇਂ ਡਾਕਟਰ ਥਿੰਦ ਦੱਸਦੇ ਨੇ ਕਿ ਜਿਵੇਂ ਬੁੱਧ ਦੀਆਂ ਜਿਹੜੀਆਂ ਜਾਤਕ ਕਥਾਵਾਂ ਮਿਲਦੀਆਂ ਨੇ ਉਹਦੇ ਵਿੱਚ ਲੋਕ ਕਥਾਵਾਂ ਦੀ ਜਿਹੜੀ ਵਰਤੋਂ ਸਾਨੂੰ ਹੋਈ ਮਿਲਦੀ ਆ। ਇਸੇ ਤਰ੍ਹਾਂ ਜਿਹੜਾ ਯੂਸਫ ਸੁਲੈਖਾ ਦੀ ਜਿਹੜਾ ਕਿੱਸਾ ਗਾ ਉਹਨੂੰ ਕੁਰਾਨ ਸ਼ਰੀਫ ਦੇ ਵਿੱਚ ਵਿਸਤਾਰ ਦੇ ਵਿੱਚ ਪੇਸ਼ ਕੀਤਾ ਗਿਆ ਮਿਲਦਾ। ਇਸ ਤਰ੍ਹਾਂ ਡਾਕਟਰ ਥਿੰਦ ਜਦੋਂ ਮੱਧਕਾਲੀ ਪੰਜਾਬੀ ਸਾਹਿਤ ਰੂਪਾਂ ਦਾ ਲੋਕ ਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਵੀ ਲੋਕ ਸਾਹਿਤ ਦੀਆਂ ਜਿਹੜੀਆਂ ਮੁੱਖ ਵੰਨਗੀਆਂ ਜਿਵੇਂ ਲੋਕ ਕਹਾਣੀ, ਜਿਹਦੇ ਵਿੱਚ ਲੋਕ ਕਥਾਵਾਂ, ਪ੍ਰਾਣ ਕਥਾਵਾਂ ਲੋਕ ਗੀਤ, ਮੁਹਾਵਰੇ, ਅਖਾਣ, ਇਹ ਸਾਰੇ ਨੇ ਜਿਹੜੇ ਉਹ ਮੱਧਕਾਲੀ ਸਾਹਿਤ ਰੂਪਾਂ ਦੀ ਸਿਰਜਣਾ ਦੇ ਵਿੱਚ ਵਿਸ਼ੇ ਵਸਤੂ ਦੇ ਪੱਖ ਤੋਂ, ਰੂਪ ਅਤੇ ਸ਼ੈਲੀ ਦੇ ਪੱਖ ਤੋਂ ਤੇ ਕਥਾਨਕ ਰੂੜੀਆਂ ਦੇ ਪੱਖ ਤੋਂ ਪ੍ਰਭਾਵਿਤ ਕਰਦੇ ਰਹੇ ਨੇ। ਡਾਕਟਰ ਥਿੰਦ ਮੰਨਦੇ ਨੇ ਕਿ ਵੀ ਜਿਹੜੇ ਇਹ ਮੱਧਕਾਲੀ ਸਾਹਿਤ ਰੂਪ ਨੇ ਉਹ ਲੋਕ ਸਾਹਿਤ ਦੇ ਤੱਤ, ਜਿਹਦੇ ਵਿੱਚ ਲੋਕ ਕਲਾ ਦੇ ਤੱਤ, ਲੋਕ ਵਿਸ਼ਵਾਸ ਦੇ ਤੱਤ, ਅਨੁਸ਼ਠਾਨਾਂ ਦੇ ਤੱਤ ਤੇ ਲੋਕ ਗੀਤਾਂ ਦੇ ਜਿਹੜੇ ਤੱਤ ਨੇ, ਕਹਿਣ ਤੋਂ ਭਾਵ ਕਿ ਜਿਹੜੀ ਲੋਕ ਧਰਾਈ ਸਮੱਗਰੀ ਦੇ ਜਿਹੜੇ ਤੱਤ ਨੇਗੇ ਉਹ ਮੱਧਕਾਲੀ ਸਾਹਿਤ ਰੂਪਾਂ ਨੂੰ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੇ ਰਹੇ ਨੇ। ਤੇ ਜਿਹੜੇ ਮੱਧਕਾਲੀ ਸਾਹਿਤ ਰੂਪਾਂ ਦਾ ਜਦੋਂ ਲੋਕ ਗਿਆਨ ਦੀ ਦ੍ਰਿਸ਼ਟੀ ਤੋਂ ਉਹ ਅਧਿਐਨ ਕਰਦੇ ਨੇ ਤਾਂ ਉਹ ਸਾਹਿਤ ਦੇ ਜਿਹੜੇ ਲੋਕ ਸਾਹਿਤ ਦੇ ਜਿਹੜੇ ਤੱਤ ਨੇਗੇ ਉਹਨਾਂ ਨੂੰ ਤਲਾਸ਼ ਕਰਕੇ ਉਹ ਇਹਨਾਂ ਤੱਤਾਂ ਦੀ ਨਿਸ਼ਾਨਦੇਹੀ ਕਰਦੇ ਨੇ। ਡਾਕਟਰ ਥਿੰਦ ਜਿਹੜੇ ਲੋਕ ਸਾਹਿਤ ਦੇ ਤੱਤਾਂ ਨੂੰ ਜਾਂ ਕਥਾਨਕ ਰੂੜੀਆਂ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਉਹ ਗੁਰਮਤਿ ਕਾਵਿ, ਕਿੱਸਾ ਕਾਵਿ, ਸੂਫੀ ਕਾਵਿ ਤੇ ਵੀਰ ਕਾਵਿ ਦੇ ਪ੍ਰਸੰਗ ਦੇ ਵਿੱਚ ਤਲਾਸ਼ਣ ਦੀ ਜਿਹੜਾ ਯਤਨ ਕਰਦੇ ਨੇ। ਉਹ ਜਿਹੜੀਆਂ ਲੋਕ ਰੂੜੀਆਂ ਨੇ ਉਹਨਾਂ ਨੂੰ ਕਿੱਸਿਆਂ ਦੇ ਵਿੱਚ ਤੇ ਜਿਹੜੇ ਅਨੁਸ਼ਠਾਨ ਜਿਹੜੇ ਨੇਗੇ ਉਹਨਾਂ ਨੂੰ ਗੁਰਬਾਣੀ ਜਾਂ ਗੁਰਮਤਿ ਕਾਵਿ ਦੇ ਤੇ ਸੂਫੀ ਕਾਵਿ ਦੇ ਵਿੱਚੋਂ ਤਲਾਸ਼ਣ ਦਾ ਜਿਹੜਾ ਉਹ ਯਤਨ ਕਰਦੇ ਨੇਗੇ। ਇਸ ਤੋਂ ਅੱਗੇ ਡਾਕਟਰ ਥਿੰਦ ਜਦੋਂ ਲੇਖਕ ਬਾਰੇ ਗੱਲ ਕਰਦੇ ਨੇ ਕਿ ਵਿਸ਼ਿਸ਼ਟ ਸਾਹਿਤ ਦਾ ਲੇਖਕ ਆ ਜਿਹੜਾ ਜਿਹੜਾ ਆਪਣੀ ਆਧਾਰ ਸਮੱਗਰੀ ਆ ਉਹ ਲੋਕ ਸਾਹਿਤ ਦੀ ਪਰੰਪਰਾ ਦੇ ਵਿੱਚੋਂ ਲੈਂਦਾ। ਡਾਕਟਰ ਥਿੰਦ ਗੋਰਕੀ ਦੇ ਹਵਾਲੇ ਨਾਲ ਦੱਸਦੇ ਨੇ ਕਿ ਉਹ ਲੇਖਕ ਹੀ ਚੰਗਾ ਲੇਖਕ ਹੋ ਸਕਦਾ ਜਿਸ ਨੂੰ ਆਪਣੇ ਲੋਕ ਸਾਹਿਤ ਦੀ ਪਰੰਪਰਾ ਦਾ ਗਿਆਨ ਹੈ। ਭਾਵ ਜਿਹੜਾ ਵਿਅਕਤੀ ਨੂੰ ਆਪਣੇ ਲੋਕ ਸਾਹਿਤ ਦੀ ਬਾਰੇ ਜਾਣਕਾਰੀ ਨਹੀਂ ਉਹ ਚੰਗਾ ਲੇਖਕ ਆ ਜਿਹੜਾ ਨਹੀਂ ਬਣ ਸਕਦਾ। ਡਾਕਟਰ ਥਿੰਦ ਦੱਸਦੇ ਨੇ ਕਿ ਜਦੋਂ ਵੀ ਕਿਸੇ ਲੇਖਕ ਨੂੰ ਜਨਤਾ ਦੇ ਨੇੜੇ ਜਾਣ ਦੀ ਜ਼ਰੂਰਤ ਪਈ ਹੈ ਜਾਂ ਉਹਨੇ ਵੀ ਕਿਸੇ ਵੀ ਕਿਸਮ ਦਾ ਸਮਾਜਿਕ ਜਾਂ ਧਾਰਮਿਕ ਉਪਦੇਸ਼ ਦੇਣ ਦਾ ਯਤਨ ਕੀਤਾ ਤਾਂ ਉਹਨੇ ਲੋਕ ਸਾਹਿਤ ਦੇ ਤੱਤਾਂ ਨੂੰ ਆਪਣੀ ਆਧਾਰ ਸਮੱਗਰੀ ਬਣਾਇਆ। ਡਾਕਟਰ ਥਿੰਦ ਮੱਧਕਾਲੀ ਸਾਹਿਤਕਾਰਾਂ ਦੇ ਹਵਾਲੇ ਨਾਲ ਜਦੋਂ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਮੱਧਕਾਲ ਦਾ ਕੋਈ ਵੀ ਸਾਹਿਤਕਾਰ ਆ ਜਿਹੜਾ ਅਜਿਹਾ ਨਹੀਂ ਜਿਹਨੇ ਆਪਣੀ ਲੋਕ ਸਾਹਿਤ ਦੀ ਪਰੰਪਰਾ ਤੋਂ ਜਿਹੜੀ ਆਧਾਰ ਸਮੱਗਰੀ ਜਾਂ ਕਹਿ ਲਈਏ ਵੀ ਉਸ ਤੋਂ ਆਪਣਾ ਗਿਆਨ ਆ ਜਿਹੜਾ ਉਹ ਨਾ ਲਿਆ ਹੋਵੇ। ਇਸ ਪ੍ਰਸੰਗ ਦੇ ਵਿੱਚ ਡਾਕਟਰ ਥਿੰਦ ਜਦੋਂ ਮੱਧਕਾਲੀ ਸਾਹਿਤ ਰੂਪਾਂ ਦਾ ਅਧਿਐਨ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਵੀ ਜਿਹੜਾ ਲੋਕ ਸਾਹਿਤ ਆ ਉਹ ਮੱਧਕਾਲ ਦੇ ਜਿਹੜੇ ਸਾਹਿਤ ਰੂਪਾਂ ਨੂੰ ਉਸਨੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ, ਕਿਉਂਕਿ ਜਿਹੜਾ ਲੋਕ ਸਾਹਿਤ ਆ ਉਹ ਮੌਖਿਕ ਅਭਿਵਿਅਕਤੀ ਆ ਤੇ ਜਿਹੜਾ ਵਿਸ਼ਿਸ਼ਟ ਸਾਹਿਤ ਆ ਉਹ ਲਿਖਤ ਰੂਪ ਦੇ ਵਿੱਚ ਮਿਲਦਾ ਤੇ ਇਹ ਜਿਹੜਾ ਉਸ ਸਮੇਂ ਦੇ ਜਿਹੜੇ ਲੋਕ ਸਾਹਿਤ ਤੋਂ ਪ੍ਰਭਾਵਿਤ ਵੀ ਰਿਹਾ। ਵਿਸ਼ਿਸ਼ਟ ਸਾਹਿਤ ਉੱਪਰ ਲੋਕ ਸਾਹਿਤ ਦੇ ਪ੍ਰਭਾਵ ਨੂੰ ਦੇਖਦੇ ਹੋਏ ਡਾਕਟਰ ਥਿੰਦ ਜਿਹੜਾ ਮੱਧਕਾਲੀ ਸਾਹਿਤ ਰੂਪਾਂ ਨੂੰ ਲੋਕ ਸਾਹਿਤ ਦਾ ਨਾਮ ਦੇਣ ਦੀ ਗੱਲ ਵੀ ਕਰਦੇ ਨੇ। ਇਸ ਦਾ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੇ ਮੱਧਕਾਲੀ ਸਾਹਿਤ ਰੂਪ ਨੇ ਉਹ ਜਨ ਸਧਾਰਨ ਦੇ ਵਧੇਰੇ ਨੇੜੇ ਨੇ ਤੇ ਇਹਨਾਂ ਦੇ ਵਿੱਚ ਖੁੱਲ੍ਹੇ ਤੇ ਸਿੱਧੇ ਤੇ ਸਪਸ਼ਟ ਢੰਗ ਦੇ ਨਾਲ ਗੱਲ ਕਹਿਣ ਦੀ ਰੁਚੀ ਪ੍ਰਧਾਨ ਹੈ। ਡਾਕਟਰ ਥਿੰਦ ਲੋਕ ਸਾਹਿਤ ਦੇ ਵਿਸ਼ਿਸ਼ਟ ਸਾਹਿਤ ਉੱਪਰ ਪ੍ਰਭਾਵ ਨੂੰ ਦੇਖਦੇ ਹੋਏ ਸਾਹਿਤ ਦੀ ਉਤਪਤੀ ਦਾ ਲੋਕਜਾਨੀ ਸਿਧਾਂਤ ਨਿਸ਼ਚਿਤ ਕੀਤੇ ਜਾਣਾ ਜ਼ਰੂਰੀ ਸਮਝਦੇ ਨੇ। ਸਾਹਿਤ ਦੀ ਉਤਪਤੀ ਦਾ ਲੋਕਜਾਨੀ ਸਿਧਾਂਤ ਸਥਾਪਿਤ ਕਰਨ ਦੇ ਲਈ ਉਹ 4 ਪੱਖਾਂ ਦਾ ਸੁਝਾਅ ਦਿੰਦੇ ਨੇ। ਤਾਂ ਜਿਹੜੇ ਇਹ 4 ਪੱਖ ਨੇ ਉਹ ਕਿਹੜੇ ਨੇ?
ਪਹਿਲਾ ਹੈ ਲੋਕਜਾਨੀ ਸਮੱਗਰੀ ਦੀ ਸਿੱਧੇ ਰੂਪ ਦੇ ਵਿੱਚ ਵਰਤੋਂ, ਦੂਜਾ ਹੈ ਲੋਕਜਾਨੀ ਸਮੱਗਰੀ ਦੀ ਬਦਲਵੇਂ ਰੂਪ ਦੇ ਵਿੱਚ ਵਰਤੋਂ, ਤੀਜਾ ਹੈ ਲੋਕਜਾਨੀ ਸਮੱਗਰੀ ਦੀ ਸੰਕੇਤ ਭਾਵ ਚਿੰਨ੍ਹਾਂ ਤੇ ਪ੍ਰਤੀਕਾਂ ਦੇ ਰੂਪ ਵਿੱਚ ਵਰਤੋਂ, ਤੇ ਚੌਥਾ ਹੈ ਲੋਕਜਾਨੀ ਸਮੱਗਰੀ ਦੀ ਲੋਕ ਰੂੜੀਆਂ ਦੇ ਰੂਪ ਵਿੱਚ ਵਰਤੋਂ। ਤਾਂ ਡਾਕਟਰ ਥਿੰਦੇ ਮੰਨ ਕੇ ਚੱਲਦੇ ਨੇ ਕਿ ਜਿਹੜੇ ਇਹ ਚਾਰ ਪੱਖ ਨੇ ਉਹ ਸਾਹਿਤ ਦੀ ਸਿਰਜਣਾ ਦੇ ਵਿੱਚ ਆਪਣਾ ਮੁੱਖ ਰੋਲ ਅਦਾ ਕਰਦੇ ਨੇ। ਕਥਾਨਕ ਰੂੜੀਆਂ ਦੇ ਹਵਾਲੇ ਨਾਲ ਗੱਲ ਕਰਦੇ ਨੇ ਜਦੋਂ ਉਹ ਦੱਸਦੇ ਨੇ ਕਿ ਸਾਨੂੰ ਜਿਹੜੀਆਂ ਲੋਕ ਰੂੜੀਆਂ ਨੇ ਜਾਂ ਕਹਿ ਲਈਏ ਜਿਹੜੀਆਂ ਕਥਾਨਕ ਰੂੜੀਆਂ ਨੇ ਸਾਡੇ ਕਿੱਸਿਆਂ ਦੇ ਵਿੱਚ ਸਾਨੂੰ ਆਮ ਹੀ ਵਰਤੀਆਂ ਵੇਖਣ ਨੂੰ ਮਿਲ ਜਾਂਦੀਆਂ ਨੇਗੀਆਂ। ਜਿਵੇਂ ਉਹ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਅੰਕਾਂ ਦੀ ਰੂੜੀ ਦੀ ਗੱਲ ਕਰਦੇ ਨੇ, ਇਹਦੇ ਵਿੱਚ ਸਾਨੂੰ 12 ਸਾਲ ਦਾ ਜ਼ਿਕਰ ਆ ਜਿਹੜਾ ਉਹ ਵੇਖਣ ਨੂੰ ਮਿਲਦਾ, ਜਾਂ ਹੀਰ ਦੀਆਂ ਜਿਹੜੀਆਂ 360 ਸਹੇਲੀਆਂ ਨੇ ਉਹਦਾ ਜ਼ਿਕਰ ਮਿਲਦਾ, ਜਾਂ 5 ਪੀਰਾਂ ਦਾ ਜਿਹੜਾ ਜ਼ਿਕਰ ਆ ਉਹ ਵੀ ਇਸ ਕਿੱਸੇ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ। ਇਸ ਤਰ੍ਹਾਂ ਡਾਕਟਰ ਥਿੰਦ ਨੇ ਇਹਨਾਂ ਚਾਰ ਪੱਖਾਂ ਦੇ ਆਧਾਰ ਤੇ ਸਾਹਿਤ ਦੀ ਉਤਪਤੀ ਦਾ ਲੋਕਜਾਨੀ ਸਿਧਾਂਤ ਨਿਸ਼ਚਿਤ ਕੀਤੇ ਜਾਣ ਦਾ ਸੁਝਾਅ ਦਿੱਤਾ। ਡਾਕਟਰ ਥਿੰਦ ਜਿੱਥੇ ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਦੇ ਆਪਸੀ ਅੰਤਰ ਸੰਬੰਧਾਂ ਦੀ ਗੱਲ ਕਰਦੇ ਨੇ, ਉੱਥੇ ਨਾਲ ਹੀ ਉਹਨਾਂ ਨੇ ਇਹਨਾਂ ਵਿਚਲੀਆਂ ਵੱਖਰਤਾਵਾਂ ਬਾਰੇ ਵੀ ਆਪਣੇ ਵਿਚਾਰ ਰੱਖੇ ਨੇ। ਡਾਕਟਰ ਥਿੰਦ ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਦੇ ਵਿੱਚ ਜਿੱਥੇ ਬਾਣੀਗਤ ਅਭਿਵਿਅਕਤੀ ਦੇ ਪੱਖ ਤੋਂ ਸਾਂਝ ਮੰਨਦੇ ਨੇ, ਉੱਥੇ ਵਿਸ਼ੇ ਅਤੇ ਸ਼ੈਲੀ ਦੇ ਪੱਖ ਤੋਂ ਇਹਨਾਂ ਵਿੱਚ ਦੀਆਂ ਵੱਖਰਤਾਵਾਂ ਨੂੰ ਵੀ ਸਵੀਕਾਰਦੇ ਨੇ। ਅੱਜ ਟਾਇਲਰ ਦੇ ਹਵਾਲੇ ਨਾਲ ਗੱਲ ਕਰਦੇ ਉਹ ਦੱਸਦੇ ਨੇ ਕਿ ਲੋਕ ਸਾਹਿਤ ਦੇ ਵਿੱਚ ਜਿੱਥੇ ਰੂੜੀਵਾਦੀ ਰਵਾਇਤੀ ਵਿਸ਼ਿਆਂ ਅਤੇ ਢੰਗਾਂ ਦੀ ਗੱਲ ਕੀਤੀ ਗਈ ਹੁੰਦੀ ਹੈ, ਉੱਥੇ ਜਿਹੜਾ ਵਿਸ਼ਿਸ਼ਟ ਸਾਹਿਤ ਆ ਉਹ ਰੂਪ ਅਤੇ ਵਿਸ਼ੇ ਦੇ ਪੱਖ ਤੋਂ ਇਸ ਮਰਿਆਦਾ ਨੂੰ ਲਾਹ ਦੇਣ ਦੀ ਕੋਸ਼ਿਸ਼ ਕਰਦਾ। ਕਹਿਣ ਤੋਂ ਭਾਵ ਕਿ ਜਿਹੜੇ ਵਿਸ਼ਿਸ਼ਟ ਸਾਹਿਤ ਦੇ ਵਿਸ਼ੇ ਨੇਗੇ ਉਹ ਲੋਕ ਸਾਹਿਤ ਦੇ ਨਾਲੋਂ ਵੱਖਰੇ ਨੇ, ਅਤੇ ਉਹਦੇ ਵਿੱਚ ਗੱਲ ਨੂੰ ਕਹਿਣ ਦਾ ਜਿਹੜਾ ਢੰਗ ਆ ਉਹ ਵੀ ਲੋਕ ਸਾਹਿਤ ਦੇ ਨਾਲੋਂ ਵੱਖਰਾ ਹੈ। ਅਤੇ ਜਿਹੜੇ ਲੋਕ ਸਾਹਿਤ ਦੇ ਵਿਸ਼ੇ ਨੇ ਉਹ ਪਰੰਪਰਾਗਤ ਰੂੜੀਵਾਦੀ ਅਤੇ ਰਵਾਇਤੀ ਕਿਸਮ ਦੇ ਨੇ, ਅਤੇ ਲੋਕ ਸਾਹਿਤ ਦੇ ਜਿਹੜੇ ਵਿਸ਼ੇ ਹੋਣਗੇ ਉਹਨਾਂ ਦੇ ਨਾਲੋਂ ਵੱਖਰੇ ਆ। ਇਸ ਤਰ੍ਹਾਂ ਡਾਕਟਰ ਥਿੰਦ ਜਦੋਂ ਸਾਹਿਤ ਨੂੰ ਲੋਕਜਾਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਦੇ ਨੇ ਤਾਂ ਉਹਨਾਂ ਦੇ ਇਸ ਅਧਿਐਨ ਤੋਂ ਇਹ ਧਾਰਨਾ ਸਪਸ਼ਟ ਹੋ ਜਾਂਦੀ ਹੈ ਕਿ ਜਿਸ ਸਮੇਂ ਤੱਕ ਸਾਹਿਤ ਨੂੰ ਲੋਕਜਾਨ ਦੀ ਦ੍ਰਿਸ਼ਟੀ ਤੋਂ ਅਧਿਐਨ ਦਾ ਵਿਸ਼ਾ ਨਹੀਂ ਬਣਾਇਆ ਜਾਂਦਾ, ਉਸ ਸਮੇਂ ਤੱਕ ਜਿਹੜਾ ਸਾਹਿਤ ਦਾ ਅਧਿਐਨ ਆ ਅਧੂਰਾ ਹੀ ਰਹੇਗਾ। ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਨੇ ਪੰਜਾਬ ਦੀਆਂ ਲੋਕ ਕਲਾਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਨੇ। ਪੰਜਾਬ ਦੀਆਂ ਲੋਕ ਕਲਾਵਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਉਹ ਲੋਕ ਕਲਾ ਤੇ ਵਿਸ਼ਿਸ਼ਟ ਕਲਾ ਦੇ ਆਪਸੀ ਸੰਬੰਧਾਂ ਬਾਰੇ ਗੱਲ ਕਰਦੇ ਹੋਏ ਪੰਜਾਬ ਦੀਆਂ ਲੋਕ ਕਲਾਵਾਂ ਵੱਲ ਮੁੜਦੇ ਨੇ। ਕਲਾ ਬਾਰੇ ਗੱਲ ਕਰਦੇ ਹੋਏ ਦੱਸਦੇ ਨੇ ਕਿ ਕਲਾ ਤੋਂ ਭਾਵ ਜੋ ਕੁਝ ਮਨੁੱਖ ਨੇ ਸਿਰਜਿਆ ਉਹ ਕਲਾ ਹੈ। ਉਹਨਾਂ ਅਨੁਸਾਰ ਸੰਸਾਰ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੀਆਂ ਕਲਾਵਾਂ ਵੇਖਣ ਨੂੰ ਮਿਲਦੀਆਂ ਨੇ, ਇੱਕ ਹੈ ਕੁਦਰਤੀ ਕਲਾ ਅਤੇ ਦੂਜੀ ਹੈ ਮਨੁੱਖ ਸਿਰਜਿਤ ਕਲਾ। ਕੁਦਰਤੀ ਕਲਾ ਦੇ ਵਿੱਚ ਸੂਰਜ, ਚੰਨ, ਤਾਰੇ, ਨਦੀਆਂ, ਪਹਾੜ ਆਦਿ ਸ਼ਾਮਿਲ ਕੀਤੇ ਜਾ ਸਕਦੇ ਨੇ। ਮਨੁੱਖ ਸਿਰਜਿਤ ਕਲਾ ਦੇ ਵਿੱਚ ਜੋ ਕੁਝ ਮਨੁੱਖ ਨੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਹਿੱਤ ਸਿਰਜਿਆ, ਜਿਵੇਂ ਰਹਿਣ ਦੇ ਲਈ ਮਕਾਨ ਬਣਾਉਣਾ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦੇ ਲਈ ਆਵਾਜਾਈ ਦੇ ਸਾਧਨ ਵਿਕਸਿਤ ਕਰਨਾ ਆਦਿ ਸ਼ਾਮਿਲ ਨੇ। ਡਾਕਟਰ ਥਿੰਦ ਨੇ ਕੁਦਰਤੀ ਕਲਾ ਅਤੇ ਮਨੁੱਖ ਸਿਰਜਿਤ ਕਲਾ ਨੂੰ ਇੱਕ ਉਦਾਹਰਨ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਉਹ ਦਰਿਆ ਨੂੰ ਇੱਕ ਉਦਾਹਰਨ ਦੇ ਤੌਰ 'ਤੇ ਲੈਂਦੇ ਨੇ ਅਤੇ ਦੱਸਦੇ ਨੇ ਕਿ ਦਰਿਆ ਕੋਈ ਕਲਾ ਨਹੀਂ, ਭਾਵ ਉਹ ਮਨੁੱਖ ਸਿਰਜਿਤ ਕਲਾ ਨਹੀਂ ਹੈ। ਪਰ ਜਦੋਂ ਮਨੁੱਖ ਦਰਿਆ ਦੇ ਉੱਪਰ ਬੰਨ੍ਹ ਬਣਾ ਕੇ ਪਾਣੀ ਨੂੰ ਇੱਕ ਥਾਂ ਇਕੱਠਾ ਕਰਦਾ ਅਤੇ ਉਸ ਤੋਂ ਬਿਜਲੀ ਪੈਦਾ ਕਰਦਾ ਤਾਂ ਉਹ ਮਨੁੱਖ ਸਿਰਜਿਤ ਕਲਾ ਬਣ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਨੇ ਸਮੇਂ-ਸਮੇਂ 'ਤੇ ਆਪਣੀ ਬੁੱਧੀ ਅਤੇ ਸੋਝੀ ਦੇ ਨਾਲ ਬਹੁਤ ਸਾਰੀਆਂ ਵਸਤਾਂ ਦੀ ਸਿਰਜਣਾ ਕੀਤੀ, ਅਤੇ ਇਹਨਾਂ ਨੂੰ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਕੁਝ ਮਨੁੱਖ ਨੇ ਸਿਰਜਿਆ ਉਹ ਕਲਾ ਹੈ। ਮਨੁੱਖ ਦੁਆਰਾ ਆਪਣੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਲਈ ਬਣਾਈਆਂ ਵਸਤਾਂ ਨੂੰ ਡਾਕਟਰ ਥਿੰਦ ਨੇ ਜਿਹੜੇ ਉਹ ਪਦਾਰਥਕ ਕਲਾਵਾਂ ਦਾ ਨਾਮ ਦਿੰਦੇ ਨੇ, ਅਤੇ ਮੰਨਦੇ ਨੇ ਕਿ ਪਦਾਰਥਕ ਕਲਾਵਾਂ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਮਨੁੱਖ ਦੇ ਲਈ ਕਮਾਈਯੋਗ ਵਸੀਲੇ ਪੈਦਾ ਕਰਨਾ, ਅਤੇ ਸੰਸਾਰ ਦੀ ਜਿਹੜੀ ਸਮੁੱਚੀ ਦੌੜ ਆ ਉਹ ਇਹਨਾਂ ਪਦਾਰਥਕ ਕਲਾਵਾਂ ਦੇ ਨਾਲ ਜੁੜੀ ਹੋਈ ਆ। ਪਦਾਰਥਕ ਕਲਾਵਾਂ ਸਿਰਫ ਮਨੁੱਖ ਦੇ ਲਈ ਕਮਾਈ ਦਾ ਸਾਧਨ ਹੀ ਨਹੀਂ ਬਣਦੀਆਂ, ਬਲਕਿ ਇਹ ਮਨੁੱਖ ਦੀ ਆਤਮਿਕ ਸੰਤੁਸ਼ਟੀ ਦਾ ਸਾਧਨ ਵੀ ਬਣਦੀਆਂ ਨੇਗੀਆਂ। ਅਤੇ ਇਸ ਸੰਬੰਧੀ ਜਦੋਂ ਡਾਕਟਰ ਥਿੰਦ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਮਨੁੱਖ ਨੂੰ ਜਿਸ ਤਰ੍ਹਾਂ ਪੇਟ ਦੀ ਭੁੱਖ ਮਿਟਾਉਣ ਦੇ ਲਈ ਰੋਟੀ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਆਤਮਿਕ ਆਨੰਦ ਦੀ ਪ੍ਰਾਪਤੀ ਦੇ ਲਈ ਵੀ ਖੁਰਾਕ ਦੀ ਜ਼ਰੂਰਤ ਪੈਂਦੀ ਹੈ। ਅਤੇ ਰੂਹ ਦੀ ਖੁਰਾਕ ਲਈ ਪੈਦਾ ਕੀਤੀ ਹਰ ਵਸਤੂ ਆ ਜਿਹੜੀ ਉਹ ਮਨੁੱਖ ਦੇ ਲਈ ਸੋਝ ਤ੍ਰਿਪਤੀ ਦਾ ਕਾਰਨ ਬਣਦੀ ਆ। ਇਹ ਉਹਦੇ ਅੰਦਰਲੇ ਭਾਵਾਂ ਨੂੰ ਹਿਲਾਉਂਦੀ ਹੈ ਅਤੇ ਆਨੰਦ ਪ੍ਰਦਾਨ ਕਰਦੀ ਹੈ। ਪਦਾਰਥਕ ਕਲਾਵਾਂ ਦੇ ਵਿੱਚ ਦੀਆਂ ਜਿਹੜੀਆਂ ਵੱਖ-ਵੱਖ ਬਾਨੀਆਂ ਨੇ, ਜਿਹਦੇ ਵਿੱਚ ਸਾਹਿਤ,
ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਕਸੀਦਾਕਾਰੀ, ਇਮਾਰਤ ਸਾਜੀ, ਚਿੱਤਰਕਾਰੀ ਆਦਿ ਜਿਹੜੀਆਂ ਵਸਤਾਂ ਨੇਗੀਆਂ ਜਾਂ ਕਲਾਵਾਂ ਨੇਗੀਆਂ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ। ਅਤੇ ਇਹਨਾਂ ਕਲਾਵਾਂ ਦਾ ਜਿਹੜਾ ਮਾਧਿਅਮ ਵੱਖਰਾ ਵੱਖਰਾ ਹੋ ਸਕਦਾ ਮਨੁੱਖ ਨੂੰ ਆਨੰਦ ਦੇਣ ਦਾ। ਅਤੇ ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਜਾਂ ਆਪਾਂ ਲੈ ਸਕਦੇ ਹਾਂ ਕਿ ਨਾਚ ਹੈ। ਨਾਚ ਦੇ ਵਿੱਚ ਮਨੁੱਖ ਆਪਣੇ ਸਰੀਰਕ ਅੰਗਾਂ ਦੇ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਅਦਾਵਾਂ ਪੇਸ਼ ਕਰਦਾ ਅਤੇ ਉਹ ਮਨੁੱਖ ਨੂੰ ਆਨੰਦ ਦਿੰਦੀਆਂ ਨੇ। ਡਾਕਟਰ ਥਿੰਦੇ ਮੰਨਦੇ ਨੇ ਕਿ ਸੰਸਾਰ ਦੇ ਲੋਕਾਂ ਨੂੰ ਸੱਭਿਅਕ ਬਣਾਉਣ ਦੇ ਵਿੱਚ ਅਤੇ ਜਾਂ ਕਹਿ ਦਈਏ ਵੀ ਖੂਬਸੂਰਤ ਢੰਗ ਨਾਲ ਜਿਉਣ ਯੋਗ ਬਣਾਉਣ ਵਿੱਚ ਇਹਨਾਂ ਪਦਾਰਥਕ ਕਲਾਵਾਂ ਦਾ ਵੱਡਾ ਹੱਥ ਹੈ। ਇਸ ਤੋਂ ਅੱਗੇ ਡਾਕਟਰ ਥਿੰਦ ਜਿਹੜੀ ਧੰਦਿਆਂ ਦੇ ਨਾਲ ਜੁੜੀਆਂ ਕਲਾਵਾਂ ਨੇਗੀਆਂ ਉਹਨਾਂ ਨੂੰ ਸ਼ਿਲਪ ਕਲਾ ਦਾ ਨਾਮ ਦਿੰਦੇ ਨੇ। ਅਤੇ ਸ਼ਿਲਪ ਕਲਾ ਜਿਹਦੇ ਵਿੱਚ ਵੱਖ-ਵੱਖ ਧੰਦੇ ਸ਼ਾਮਿਲ ਨੇਗੇ। ਜਿਵੇਂ ਘੁਮਿਆਰ ਨੂੰ ਇੱਕ ਉਦਾਹਰਨ ਦੇ ਤੌਰ 'ਤੇ ਡਾਕਟਰ ਥਿੰਦ ਲੈਂਦੇ ਨੇ ਕਿ ਉਹ ਦੱਸਦੇ ਨੇ ਕਿ ਘੁਮਿਆਰ ਆ ਜਿਹੜਾ ਉਹ ਸਿਰਫ ਬਰਤਨ ਹੀ ਨਹੀਂ ਬਣਾਉਂਦਾ, ਭਾਵ ਕਿ ਮਿੱਟੀ ਦੇ ਬਰਤਨ ਹੀ ਨਹੀਂ ਬਣਾਉਂਦਾ, ਬਲਕਿ ਹੋਰ ਵੀ ਉਹ ਇਸ ਤਰ੍ਹਾਂ ਦੀਆਂ ਵਸਤਾਂ ਤਿਆਰ ਕਰਦਾ ਮਿੱਟੀ ਤੋਂ ਕਿ ਜਿਹੜੀਆਂ ਉਸ ਦੇ ਅੰਦਰਲੇ ਜਿਹੜੇ ਹੁਨਰ ਨੂੰ ਬਾਹਰ ਕੱਢਦੀਆਂ ਨੇਗੀਆਂ। ਉਹ ਇਹਨਾਂ ਵਸਤਾਂ ਦੇ ਜ਼ਰੀਏ ਆਪਣੀ ਜਿਹੜੀ ਅੰਦਰਲੇ ਕਲਾ ਨੂੰ ਬਾਹਰ ਲੈ ਕੇ ਆਉਂਦਾ। ਅਤੇ ਜਿਹੜੀਆਂ ਸ਼ਿਲਪ ਕਲਾ ਗੀ ਉਹ ਪਦਾਰਥਕ ਕਲਾਵਾਂ ਦੇ ਤਰ੍ਹਾਂ ਹੀ ਮਨੁੱਖ ਦੇ ਲਈ ਕਮਾਈ ਦਾ ਸਾਧਨ ਵੀ ਬਣਦੀਆਂ ਨੇ ਅਤੇ ਨਾਲ ਹੀ ਉਹਦੇ ਲਈ ਉਹ ਮਨੁੱਖ ਦੇ ਲਈ ਸੋਚ ਦੀ ਤ੍ਰਿਪਤੀ ਦਾ ਕਾਰਨ ਵੀ ਬਣਦੀਆਂ ਨੇਗੀਆਂ। ਇਸ ਤਰ੍ਹਾਂ ਪਦਾਰਥਕ ਕਲਾਵਾਂ ਅਤੇ ਲੋਕ ਧੰਦਿਆਂ ਨਾਲ ਜੁੜੀ ਜਿਹੜੀਆਂ ਕਲਾਵਾਂ ਨੇ ਉਹਨਾਂ ਨੂੰ ਡਾਕਟਰ ਥਿੰਦ ਸ਼ਿਲਪ ਕਲਾ ਦਾ ਨਾਮ ਦਿੰਦੇ ਨੇ। ਅਤੇ ਇਹ ਜਿਹੜੀਆਂ ਦੋਨੇ ਕਲਾਵਾਂ ਨੇਗੀਆਂ, ਪਦਾਰਥਕ ਕਲਾਵਾਂ ਅਤੇ ਸ਼ਿਲਪ ਕਲਾਵਾਂ ਨੇਗੀਆਂ ਜਿਹੜੀਆਂ ਉਹ ਮਨੁੱਖ ਦੇ ਲਈ ਕਮਾਈ ਦਾ ਸਾਧਨ ਬਣਨ ਦੇ ਨਾਲ ਸੋਚ ਤ੍ਰਿਪਤੀ ਦਾ ਸਾਧਨ ਵੀ ਬਣਦੀਆਂ ਨੇਗੀਆਂ। ਇਸ ਤੋਂ ਅੱਗੇ ਡਾਕਟਰ ਥਿੰਦ ਲੋਕ ਕਲਾ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਡਾਕਟਰ ਥਿੰਦ ਲੋਕ ਕਲਾ ਬਾਰੇ ਆਪਣੇ ਤੋਂ ਪੂਰਵਲੀਆਂ ਪ੍ਰਚਲਿਤ ਧਾਰਨਾਵਾਂ ਦਾ ਅਧਿਐਨ ਵੀ ਪੇਸ਼ ਕਰਦੇ ਨੇ ਅਤੇ ਉਸ ਤੋਂ ਅੰਤਰਦ੍ਰਿਸ਼ਟੀ ਲੈ ਕੇ ਗੱਲ ਨੂੰ ਅੱਗੇ ਤੋਰਦੇ ਨੇਗੇ। ਡਾਕਟਰ ਥਿੰਦ ਲੋਕ ਕਲਾ ਬਾਰੇ ਪਹਿਲਾਂ ਪ੍ਰਚਲਿਤ ਜਿਹੜੀ ਧਾਰਨਾ ਕਿ ਜਿਵੇਂ ਲੋਕ ਕਲਾ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਲੋਕਾਂ ਦੀ ਕਲਾ ਹੈ, ਡਾਕਟਰ ਥਿੰਦ ਇਸ ਧਾਰਨਾ ਨੂੰ ਰੱਦ ਕਰਦੇ ਨੇ ਅਤੇ ਮੰਨਦੇ ਨੇ ਕਿ ਜਿਹੜੀ ਇਹ ਧਾਰਨਾ ਗੀ ਉਹ ਲੋਕ ਕਲਾ ਦੀ ਜਿਹੜੀ ਭਾਵਨਾ ਨੂੰ ਪ੍ਰਗਟਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ। ਤਾਂ ਡਾਕਟਰ ਥਿੰਦ ਲੋਕ ਕਲਾ ਨੂੰ ਅਜਿਹਾ ਹੁਨਰ ਮੰਨਦੇ ਨੇ ਕਿ ਜਿਹੜੀ ਇੱਕ ਪੀੜ੍ਹੀ ਦੂਜੇ ਪੀੜ੍ਹੀ ਨੂੰ ਵਿਰਸੇ ਦੇ ਵਿੱਚ ਅੱਗੇ ਤੋਰਦੀ ਆ। ਡਾਕਟਰ ਥਿੰਦ ਲੋਕ ਕਲਾ ਬਾਰੇ ਆਪਣੀ ਅੰਤਿਮ ਜਿਹੜੀ ਪਰਿਭਾਸ਼ਾ ਦੇਣ ਤੋਂ ਪਹਿਲਾਂ ਲੋਕ ਕਲਾ ਦੀ ਸਿਰਜਣਾ ਦੇ ਵਿੱਚ ਜਿਹੜੇ ਕਾਰਜਸ਼ੀਲ ਤੱਤ ਨੇਗੇ ਉਹਨਾਂ ਦਾ ਵਿਹਾਰਕ ਅਧਿਐਨ ਪੇਸ਼ ਕਰਦੇ ਆ। ਡਾਕਟਰ ਥਿੰਦ ਲੋਕ ਕਲਾ ਦੇ ਜਿਹੜੇ ਮੁੱਖ ਤੱਤ ਨੇਗੇ ਜਿਹੜੇ ਉਹ ਪਰੰਪਰਾ ਅਤੇ ਲੋਕ ਮਨ ਦੀ ਪ੍ਰਵਾਨਗੀ ਨੂੰ ਮੰਨਦੇ ਨੇ ਅਤੇ ਇਸ ਦੇ ਨਾਲ ਹੀ ਉਹ ਲੋਕ ਕਲਾਵਾਂ ਦਾ ਕਰਤਾ ਗਾ ਉਹਨਾਂ ਨੂੰ ਤਿੰਨਾਂ ਨੂੰ ਬੁਨਿਆਦੀ ਤੱਤ ਮੰਨਦੇ ਨੇ। ਵਿਸ਼ਿਸ਼ਟ ਕਲਾ ਦੇ ਵਿੱਚ ਜਿੱਥੇ ਸਾਨੂੰ ਇੱਕ ਵਿਅਕਤੀ ਵਿਸ਼ੇਸ਼ ਸ਼ਖਸੀਅਤ ਵੇਖਣ ਨੂੰ ਮਿਲਦੀ ਆ, ਉੱਥੇ ਲੋਕ ਕਲਾ ਦੇ ਵਿੱਚੋਂ ਸਮੂਹ ਦੀ ਸੰਸਕ੍ਰਿਤੀ ਦਾ ਪ੍ਰਗਟਾਵਾ ਵੇਖਣ ਨੂੰ ਮਿਲਦਾ। ਇਸ ਤਰ੍ਹਾਂ ਡਾਕਟਰ ਥਿੰਦ ਲੋਕ ਕਲਾ ਦੇ ਜਿਹੜੇ ਬੁਨਿਆਦੀ ਤੱਤ ਨੇ ਇਹਨਾਂ ਦੇ ਆਧਾਰ 'ਤੇ ਲੋਕ ਕਲਾ ਨੂੰ ਪਰਿਭਾਸ਼ਿਤ ਕਰਦੇ ਹੋਏ ਦੱਸਦੇ ਨੇ ਕਿ ਲੋਕ ਕਲਾ ਤੋਂ ਭਾਵ ਅਜਿਹਾ ਹੁਨਰ ਜਿਸ ਦਾ ਆਧਾਰ ਲੋਕ ਜੀਵਨ ਹੈ। ਲੋਕ ਕਲਾ ਦੇ ਵਿੱਚ ਪਰੰਪਰਾ ਦੇ ਅੰਸ਼ ਸ਼ਾਮਿਲ ਹੁੰਦੇ ਨੇ ਅਤੇ ਲੋਕ ਮਨ ਆ ਜਿਹੜਾ ਇਹਨੂੰ ਪ੍ਰਵਾਨਗੀ ਦੇ ਕੇ ਵਿਰਸੇ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ। ਇਹਦੇ ਵਿੱਚ ਲੋਕ ਸੰਸਕ੍ਰਿਤੀ ਦੇ ਅੰਸ਼ ਵੀ ਸ਼ਾਮਿਲ ਹੁੰਦੇ ਨੇ ਅਤੇ ਲੋਕ ਮਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਇਸ ਦੇ ਵਿੱਚ ਵੇਖਣ ਨੂੰ ਮਿਲਦਾ। ਡਾਕਟਰ ਥਿੰਦ ਪੰਜਾਬ ਦੀਆਂ ਲੋਕ ਕਲਾਵਾਂ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਪੰਜਾਬ ਦੀਆਂ ਲੋਕ ਕਲਾਵਾਂ ਦਾ ਮੀਰੀ ਗੁਣ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਨ ਦੇ ਵਿੱਚ ਹੈ। ਉਹ ਪੰਜਾਬੀ ਪਛਾਣ ਦੀ ਪ੍ਰਤੀਨਿਧਤਾ ਇਹਨਾਂ ਲੋਕ ਕਲਾਵਾਂ ਦੇ ਰਾਹੀਂ ਰੂਪਮਾਨ ਹੋਈ ਮੰਨਦੇ ਨੇ। ਡਾਕਟਰ ਥਿੰਦ ਪੰਜਾਬ ਦੀਆਂ ਲੋਕ ਕਲਾਵਾਂ ਬਾਰੇ ਪਹਿਲਾਂ ਪ੍ਰਚਲਿਤ ਧਾਰਨਾਵਾਂ ਨੂੰ ਦਾ ਖੰਡਨ ਕਰਦੇ ਨੇ। ਜਿਵੇਂ ਕਿ ਪੰਜਾਬ ਦੀਆਂ ਲੋਕ ਕਲਾਵਾਂ ਦੇ ਪ੍ਰਸੰਗ ਵਿੱਚ ਤਾਂ ਇੱਕ ਧਾਰਨਾ ਪ੍ਰਚਲਿਤ ਹੈ ਕਿ ਕੁਝ ਲੋਕਾਂ ਨੇ ਪੰਜਾਬੀ ਲੋਕ ਕਲਾਵਾਂ ਨੂੰ ਜਾਂ ਕਹਿ ਲਈਏ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਪੇਂਡੂ ਲੋਕ ਕਲਾਵਾਂ ਕਹਿ ਕੇ ਛੁਟਿਆਉਣ ਦਾ ਯਤਨ ਕੀਤਾ। ਤਾਂ ਡਾਕਟਰ ਥਿੰਦ ਦੱਸਦੇ ਨੇ ਕਿ ਲੋਕ ਕਲਾਵਾਂ ਦੇ ਪ੍ਰਸੰਗ ਦੇ ਵਿੱਚ ਜਿਹੜੀ ਹੁਣ ਤੱਕ ਖੋਜ ਹੋਈ ਆ ਉਹਨੇ ਸਾਬਿਤ ਕਰਤਾ ਕਿ ਪੰਜਾਬ ਦੀਆਂ ਲੋਕ ਕਲਾਵਾਂ ਸਿਰਫ ਪੇਂਡੂ ਲੋਕਾਂ ਦੀਆਂ ਹੀ ਸਿਰਜਣਾ ਨਹੀਂ ਹੈ, ਬਲਕਿ ਇਹ ਸਿਆਣਪ ਭਰਪੂਰ ਬੁੱਧੀ ਵਾਲੇ ਜਾਂ ਕਹਿ ਲਈਏ ਵੀ ਸੁਲਝੇ ਲੋਕਾਂ ਦੀ ਜਿਹੜੀ ਉਹ ਸਿਰਜਣਾ ਨਹੀਂ ਹੈ। ਅਤੇ ਇਸ ਤਰ੍ਹਾਂ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਪੇਂਡੂ ਲੋਕ ਕਲਾਵਾਂ ਕਹਿ ਕੇ ਛੁਟਿਆ ਦੇਣਾ ਵਾਜਿਬ ਨਹੀਂ ਹੈ।
ਕਿਉਂਕਿ ਜਿਵੇਂ ਡਾਕਟਰ ਥਿੰਦ ਲੋਕ ਸਾਹਿਤ ਬਾਰੇ ਵੀ ਗੱਲ ਕਰਦੇ ਨੇ, ਉਵੇਂ ਵੀ ਲੋਕ ਕਲਾਵਾਂ ਦੇ ਹਵਾਲੇ ਦੇ ਨਾਲ ਦੇਖੀਏ ਤਾਂ ਕਿ ਲੋਕ ਸਮੂਹ ਦਾ ਹਰ ਵਿਅਕਤੀ ਇਸ ਯੋਗ ਨਹੀਂ ਹੁੰਦਾ ਕਿ ਉਹ ਕਿਸੇ ਕਿਰਤ ਦੀ ਸਿਰਜਣਾ ਕਰ ਸਕੇ ਜਾਂ ਕਿਸੇ ਲੋਕ ਕਲਾ ਦੀ ਸਿਰਜਣਾ ਕਰ ਸਕੇ। ਇਹਦਾ ਸਿਰਜਕ ਹੈ ਜਿਹੜਾ ਉਹ ਇੱਕ ਵਿਅਕਤੀ ਹੁੰਦਾ ਜਿਹੜਾ ਕਿ ਸਿਆਣਾ ਤੇ ਸੂਝਵਾਨ ਹੁੰਦਾ, ਉਹ ਇਹਦੀ ਸਿਰਜਣਾ ਕਰਦਾ ਤੇ ਉਹ ਕਿਰਤ ਆ ਜਿਹੜੀ ਜਾਂ ਉਹਦੀ ਜਿਹੜੀ ਵੀ ਸਿਰਜਣਾ ਉਹ ਸਮੂਹ ਦੀ ਕਿਰਤ ਬਣਦੀ ਆ। ਉਹ ਇੱਕ ਲੰਮੀ ਪਰੰਪਰਾ ਦੇ ਵਿੱਚੋਂ ਗੁਜ਼ਰਦੀ ਹੋਈ ਅਦਲਾ ਬਦਲੀ ਦੇ ਰੂਪ ਉਹਦੇ ਵਿੱਚ ਹੁੰਦੀ ਰਹਿੰਦੀ ਹੈ ਤੇ ਉਹ ਪੂਰੀ ਤਰ੍ਹਾਂ ਬਦਲਵੇਂ ਰੂਪ ਦੇ ਵਿੱਚ ਸਮੂਹ ਦੀ ਕਿਰਤ ਬਣਦੀ ਹੈ ਤੇ ਅੱਗੇ ਪੀੜ੍ਹੀ ਦਰ ਪੀੜ੍ਹੀ ਅੱਗੇ ਉਹ ਚੱਲਦੀ ਹੈ। ਇਸ ਤਰ੍ਹਾਂ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਪੇਂਡੂ ਲੋਕ ਕਲਾਵਾਂ ਕਹਿ ਕੇ ਛੁਟਿਆ ਦੇਣਾ ਇਹ ਗਲਤ ਧਾਰਨਾ ਹੈਗੀ। ਇਸ ਤੋਂ ਅੱਗੇ ਡਾਕਟਰ ਥਿੰਦ ਜਦੋਂ ਪੰਜਾਬ ਦੀਆਂ ਜਿਹੜੀਆਂ ਪ੍ਰਤੀਨਿਧ ਲੋਕ ਕਲਾਵਾਂ ਦੀਆਂ ਵੰਨਗੀਆਂ ਨੇ ਉਹਨਾਂ ਬਾਰੇ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਪੰਜਾਬ ਦੀਆਂ ਪ੍ਰਤੀਨਿਧ ਜਿਹੜੀਆਂ ਲੋਕ ਕਲਾਵਾਂ ਨੇ ਉਹਦੇ ਵਿੱਚ ਲੋਕ ਸੰਗੀਤ, ਲੋਕ ਸਾਜ਼, ਲੋਕ ਨਾਚ, ਲੋਕ ਨਾਟ ਪਰੰਪਰਾ, ਕਸੀਦਾਕਾਰੀ, ਫੁਲਕਾਰੀ ਆਦਿ ਜਿਹੜੇ ਲੋਕ ਹੁਨਰ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ। ਤਾਂ ਡਾਕਟਰ ਥਿੰਦ ਪੰਜਾਬ ਦੀਆਂ ਇਹਨਾਂ ਲੋਕ ਕਲਾਵਾਂ ਦੇ ਵਿੱਚ ਆਦਮ ਕਲਾ, ਪ੍ਰਾਚੀਨ ਕਲਾ ਤੇ ਕਬਾਇਲੀ ਕਲਾ ਦੇ ਜਿਹੜੇ ਅੰਸ਼ ਸ਼ਾਮਿਲ ਮੰਨਦੇ ਨੇ। ਇਸ ਤੋਂ ਅੱਗੇ ਡਾਕਟਰ ਥਿੰਦ ਪੰਜਾਬ ਦੀਆਂ ਜਿਹੜੀਆਂ ਇਹ ਲੋਕ ਕਲਾਵਾਂ ਨੇਗੀਆਂ ਜਾਂ ਪੰਜਾਬ ਦੀਆਂ ਲੋਕ ਕਲਾਵਾਂ ਦੀਆਂ ਵੰਨਗੀਆਂ ਨੇਗੀਆਂ ਉਹਨਾਂ ਬਾਰੇ ਵਿਸਥਾਰ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ। ਇੱਥੇ ਇੰਨੇ ਘੱਟ ਟਾਈਮ ਦੇ ਵਿੱਚ ਇਹਨਾਂ ਵੱਖ-ਵੱਖ ਵੰਨਗੀਆਂ ਬਾਰੇ ਗੱਲਬਾਤ ਕਰਨੀ ਸੰਭਵ ਨਹੀਂ। ਅਤੇ ਡਾਕਟਰ ਥਿੰਦ ਮੰਨਦੇ ਨੇ ਕਿ ਜਿਹੜੀਆਂ ਪੰਜਾਬ ਦੀਆਂ ਲੋਕ ਕਲਾਵਾਂ ਨੇਗੀਆਂ ਇਹਦੇ ਵਿੱਚ ਸਮੇਂ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਵਾਪਰ ਗਈਆਂ ਤੇ ਜਿਹੜੀ ਆਪਾਂ ਜਿਵੇਂ ਵਿਸ਼ਿਸ਼ਟ ਕਲਾ ਤੇ ਜਾਂ ਗੱਲ ਕਰੀਏ ਜਾਂ ਕਹਿ ਲਈਏ ਜਿਹੜੀ ਲੋਕ ਕਲਾ ਗੀ ਇਹ ਆਪਸ ਦੇ ਵਿੱਚ ਮਿਕਸ ਅਪ ਹੋ ਰਹੀਆਂ ਨੇਗੀਆਂ ਤੇ ਉਹਨੂੰ ਵਿਸ਼ਿਸ਼ਟ ਕਲਾ ਗੀ ਜਿਹੜੀ ਉਹਨੂੰ ਉਹ ਲੋਕ ਕਲਾ ਦਾ ਨਾਮ ਦਿੱਤਾ ਜਾਣ ਲੱਗ ਪਿਆ, ਪਰ ਹਾਲਾਂਕਿ ਇਹ ਸੱਚ ਨਹੀਂ। ਤਾਂ ਡਾਕਟਰ ਥਿੰਦ ਦੀ ਇਸ ਪ੍ਰਸੰਗ ਦੇ ਵਿੱਚ ਲੋਕ ਨਾਚਾਂ ਦੇ ਬਾਰੇ ਵਿੱਚ ਜਿਹੜੀ ਟਿੱਪਣੀ ਆ ਮੈਂ ਇੱਥੇ ਪੜ੍ਹਦਾ ਨਹੀਂ ਆ। ਉਹ ਲੋਕ ਨਾਚਾਂ ਦੀ ਜਿਹੜਾ ਲੋਕ ਨਾਚ ਹੈ ਤੇ ਇੱਕ ਜਿਹੜੇ ਸਟੇਜੀ ਨਾਚ ਅੱਜ ਹੋਣ ਲੱਗੇ ਨੇ ਉਹਨਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਹੋਏ ਦੱਸਦੇ ਨੇ ਕਿ ਲੋਕ ਨਾਚਾਂ ਦੀ ਪੁਨਰ ਸਰਜੀਤੀ ਦੇ ਨਾਂ ਹੇਠ ਕਦੀ ਨਵੀਨਤਾ, ਆਧੁਨਿਕਤਾ ਅਤੇ ਮੌਲਿਕਤਾ ਦਾ ਲੇਬਲ ਲਾ ਕੇ ਜਿਸ ਢੰਗ ਨਾਲ ਲੋਕ ਨਾਚਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ, ਅਜਿਹੇ ਸਟੇਜੀਕਰਨ ਸੰਬੰਧੀ ਪੁਨਰ ਵਿਚਾਰ ਕਰਨ ਦੀ ਲੋੜ ਹੈ। ਔਰਤਾਂ ਦੇ ਗਿੱਧੇ ਤੇ ਮਰਦਾਂ ਦੇ ਭੰਗੜੇ ਨੂੰ ਇਸ ਢੰਗ ਨਾਲ ਮਿਲਾ ਦਿੱਤਾ ਗਿਆ ਹੈ ਕਿ ਗਿੱਧੇ ਵਿੱਚ ਗੱਭਰੂ ਤਾੜੀ ਵਜਾਉਂਦੇ ਤੇ ਭੰਗੜੇ ਵਿੱਚ ਮੁਟਿਆਰਾਂ ਨੱਚਦੀਆਂ ਆਮਦਿਸ ਆਉਂਦੀਆਂ ਨੇ। ਜਦ ਤੰਗ ਮੂਰੀ ਦੀਆਂ ਪੈਂਟਾਂ ਪਾਈ ਅਤੇ ਨੋਕਦਾਰ ਪੱਗਾਂ ਹੇਠ ਗੂੜੇ ਰੰਗ ਦੀਆਂ ਟਾਈਆਂ ਲਾਏ ਗੱਭਰੂ ਨੱਚਣ ਦਾ ਸਾਂਗ ਭਰਦੇ ਹਨ ਜਾਂ ਅਤੀ ਕੀਮਤੀ ਚਮਕੀਲੇ ਸੂਟ ਜਾਂ ਸਾੜੀਆਂ ਦੇ ਪਹਿਰਾਵੇ ਤੇ ਗਹਿਣਿਆਂ ਨਾਲ ਲੱਦੀਆਂ ਮੁਟਿਆਰਾਂ ਗਿੱਧੇ ਦਾ ਵਖਾਲਾ ਕਰਦੀਆਂ ਨੇ, ਬੋਲੀਆਂ ਪਾਉਂਦੀਆਂ ਹਨ ਤਾਂ ਹੋਰ ਜੋ ਮਰਜ਼ੀ ਲੱਗਣ, ਪਰ ਪੰਜਾਬ ਦਾ ਗਿੱਧਾ ਜਾਂ ਭੰਗੜਾ ਕਿਧਰੇ ਨਜ਼ਰ ਨਹੀਂ ਆਉਂਦਾ। ਤਾਂ ਇਸ ਤਰ੍ਹਾਂ ਡਾਕਟਰ ਥਿੰਦ ਮੰਨਦੇ ਨੇ ਕਿ ਜਿਹੜੇ ਪੰਜਾਬ ਦਾ ਜਿਹੜਾ ਲੋਕ ਨਾਚ ਹੈ ਉਹਨੂੰ ਜਿਹੜਾ ਅੱਜ ਕੱਲ੍ਹ ਪ੍ਰਚਲਿਤ ਜਿਹੜੇ ਸਟੇਜੀ ਨਾਚ ਨੇ ਉਹਨਾਂ ਦੇ ਨਾਲ ਮਿਕਸਅਪ ਕੀਤਾ ਜਾਣ ਲੱਗ ਪਿਆ ਤੇ ਦੱਸਿਆ ਜਾਂਦਾ ਕਿ ਵੀ ਇਹ ਲੋਕ ਨਾਚ ਨੇਗੇ, ਪਰ ਜਿਹੜੇ ਸਟੇਜੀ ਨਾਚ ਨੇ ਉਹਨਾਂ ਦੇ ਵਿੱਚ ਲੋਕ ਨਾਚ ਵਰਗੀ ਨਾ ਤਾਂ ਉਹਨਾਂ ਦੇ ਵਿੱਚ ਪਹਿਰਾਵਾ ਉਵੇਂ ਦਾ ਰਿਹਾ ਤੇ ਨਾ ਹੀ ਗਹਿਣੇ, ਬਲਕਿ ਉਹ ਪੂਰੀ ਤਰ੍ਹਾਂ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ। ਤਾਂ ਡਾਕਟਰ ਥਿੰਦ ਮੰਨਦੇ ਨੇ ਕਿ ਜਿਹੜੇ ਲੋਕ ਨਾਚ ਨੇਗੇ ਉਹ ਉਹਨਾਂ ਦਾ ਰੂਪ ਆ ਜਿਹੜਾ ਉਹ ਬਦਲ ਰਿਹਾ ਹੈਗਾ ਤੇ ਜਿਹੜੇ ਉਹਨਾਂ ਦੀ ਨਕਲ ਤੇ ਤਿਆਰ ਜਿਹੜੇ ਨਾਚ ਨੇਗੇ ਉਹਨਾਂ ਨੂੰ ਲੋਕ ਨਾਚਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ, ਹਾਲਾਂਕਿ ਉਹ ਸਹੀ ਨਹੀਂ ਹੈ। ਜਿਵੇਂ ਭੰਗੜਾ ਗਾ ਅਸੀਂ ਮੰਨਦੇ ਹਾਂ ਕਿ ਵੀ ਉਹ ਮਰਦਾਂ ਦਾ ਨਾਚ ਹੈ ਤੇ ਗਿੱਧਾ ਜਿਹੜਾ ਔਰਤਾਂ ਦਾ ਨਾਚ ਹੈ ਤੇ ਪਰ ਅੱਜ ਮਰਦਾਂ ਦਾ ਗਿੱਧਾ ਵੀ ਉਵੇਂ ਮਰਦ ਵੀ ਗਿੱਧੇ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਔਰਤਾਂ ਭੰਗੜੇ ਦੇ ਵਿੱਚ ਸ਼ਾਮਿਲ ਹੋਣ ਲੱਗ ਗਈਆਂ। ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨਾਚਾਂ ਦੇ ਵਿੱਚ ਵੀ ਸਮੇਂ ਦੇ ਨਾਲ ਨਾਲ ਪਰਿਵਰਤਨ ਆ ਜਿਹੜਾ ਆ ਗਿਆ। ਸੋ ਸੰਖੇਪ ਦੇ ਵਿੱਚ ਡਾਕਟਰ ਥਿੰਦ ਹੋਰਾਂ ਬਾਰੇ ਕਹਿਣਾ ਹੋਵੇ ਤਾਂ ਡਾਕਟਰ ਥਿੰਦ ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਤੀਜੀ ਪੀੜ੍ਹੀ ਦੇ ਅਜਿਹੇ ਲੋਕਧਾਰਾ ਸ਼ਾਸਤਰੀ ਨੇ ਜਿਨ੍ਹਾਂ ਨੇ ਨਾ ਸਿਰਫ ਲੋਕਧਾਰਾ ਨੂੰ ਪੰਜਾਬੀ ਅਕਾਦਮਿਕ ਜਗਤ ਦੇ ਵਿੱਚ ਸੁਤੰਤਰ ਅਨੁਸ਼ਾਸਨ ਦੇ ਤੌਰ ਤੇ ਸਥਾਪਿਤ ਕੀਤਾ, ਬਲਕਿ ਇਸ ਅਨੁਸ਼ਾਸਨ ਦੇ ਲਈ ਢੁਕਵਾਂ ਸ਼ਬਦ ਘੜਨ, ਇਸ ਨੂੰ ਪਰਿਭਾਸ਼ਿਤ ਕਰਨ ਅਤੇ ਲੋਕਧਾਰਾਈ ਸਮੱਗਰੀ ਨੂੰ ਵਰਗੀਕ੍ਰਿਤ ਕਰਕੇ ਲੋਕਧਾਰਾ ਦਾ ਸਰੂਪ ਤੇ ਖੇਤਰ ਵੀ ਨਿਸ਼ਚਿਤ ਕੀਤਾ।
ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਦੇ ਆਪਸੀ ਅੰਤਰ ਸੰਬੰਧਾਂ ਨੂੰ ਸਮਝਦੇ ਹੋਏ ਉਹਨਾਂ ਨੇ ਪਹਿਲੀ ਵਾਰ ਮੱਧਕਾਲ ਦੇ ਸਾਹਿਤ ਨੂੰ ਲੋਕ ਗਿਆਨ ਦੀ ਦ੍ਰਿਸ਼ਟੀ ਤੋਂ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਮੱਧਕਾਲ ਦੇ ਸਾਹਿਤ ਰੂਪਾਂ ਵਿੱਚੋਂ ਉਹ ਲੋਕ ਸਾਹਿਤ ਦੇ ਤੱਤਾਂ ਦੀ ਤਲਾਸ਼ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਕਰਦੇ ਨੇ। ਲੋਕ ਸਾਹਿਤ ਦੇ ਮੱਧਕਾਲੀ ਸਾਹਿਤ ਉੱਪਰ ਪ੍ਰਭਾਵ ਨੂੰ ਦੇਖਦੇ ਹੋਏ ਉਹ ਮੱਧਕਾਲ ਦੇ ਸਾਹਿਤ ਨੂੰ ਲੋਕ ਸਾਹਿਤ ਦਾ ਨਾਂ ਦਿੱਤੇ ਜਾਣ ਦੀ ਸਿਫਾਰਿਸ਼ ਵੀ ਕਰਦੇ ਨੇ ਤੇ ਇਸ ਦੇ ਨਾਲ ਹੀ ਉਹ ਸਾਹਿਤ ਦੀ ਉਤਪਤੀ ਦਾ ਲੋਕਜਾਨੀ ਸਿਧਾਂਤ ਨਿਸ਼ਚਿਤ ਕਰਨ ਦੀ ਗੱਲ ਵੀ ਕਰਦੇ ਨੇ। ਪੰਜਾਬ ਦੀਆਂ ਲੋਕ ਕਲਾਵਾਂ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਪੰਜਾਬ ਦੀਆਂ ਲੋਕ ਕਲਾਵਾਂ ਦੇ ਵਿੱਚ ਆਦਮ ਕਲਾ, ਪ੍ਰਾਚੀਨ ਕਲਾ ਤੇ ਕਬੀਲਾਈ ਕਲਾ ਦੀਆਂ ਜਿਹੜੇ ਅੰਸ਼ ਨੇਗੇ ਉਹ ਸ਼ਾਮਿਲ ਨੇਗੇ ਤੇ ਉਹ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਨ ਵਾਲੀਆਂ ਮੰਨਦੇ ਨੇ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਥਿੰਦ ਹੋਰਾਂ ਨੇ ਪਹਿਲੀ ਵਾਰ ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਖੋਜ ਵਿਧੀ ਦੇ ਅਨੁਸਾਰ ਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲੋਕਧਾਰਾ ਨੂੰ ਸਿਧਾਂਤਿਕ ਪੱਖ ਤੋਂ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ। ਧੰਨਵਾਦ।